ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨਾ ਸਕਤ ਹੀ ਕਾਈ, ਸਾਦਾ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਣੇ ਕੀਓ। ਮੈਂ ਨਾਹੀ ਕਛ ਹਉ ਨਾਹੀ, ਕਛ ਆਹੇ ਨਾ ਮੋਰਾ। ਅਵਸਰ ਲਜਾ ਰਾਖ ਲਿਹੋ, ਸਦਨਾ ਜਨ ਤੋਰਾ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ। ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਬੂਢਾ ਬੰਸ ਕਬੀਰ ਕਾ, ਉਪਜਿਓ ਪੂਤ ਕਮਾਲ। ਹਰ ਕਾ ਸਿਮਰਨ ਛਾਡ ਕੇ, ਘਰ ਲੈ ਆਇਆ ਮਾਲ। ਹਰ ਕਾ ਸਿਮਰਨ ਛਾਡ ਕੇ, ਘਰ ਲੈ ਆਇਆ ਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ, ਗੁਣ ਨਿਧ ਦੀਨਾਨਾਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਕਰੁਣਾ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰੀ ਬਖਸ਼ਿਸ਼ ਨਦਰ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਸਾਧਨਾ ਦੇ ਅਮੋਲਕ ਪਲਾਂ ਦੀ ਰਾਸ ਕਮਾਉਣ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਕੀਰਤਨ ਰੂਪ ਦੇ ਵਿੱਚ ਮਾਨਣ ਦਾ, ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰ ਰਹੇ ਸੀ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਉਚਾਰਨ ਲੜੀਵਾਰ ਸ਼ਲੋਕਾਂ ਦੀ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣਨ ਦਾ ਸ਼ੁਭ ਯਤਨ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ
श्री वाहिगुरु साहिब जी। मार्ग मोती बीथरे अंधा निकस्यो आए। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਭਾਵੇਂ ਕੁੱਲ ਦੁਨੀਆ ਦਾ ਰਾਜ, ਕੁੱਲ ਦੁਨੀਆ ਮਨੁੱਖ ਦੀ ਤਾਬਿਆਦਾਰ ਅਤੇ ਕੁੱਲ ਦੁਨੀਆ ਦੇ ਪਦਾਰਥ ਮਨੁੱਖ ਦੀ ਹੁਕਮ ਹੇਠ, ਉਹਦੇ ਸ਼ਾਸਨ, ਉਹਦੇ ਅਧਿਕਾਰ ਹੇਠ ਹੋਣ ਅਤੇ ਬ੍ਰਹਿਮੰਡ ਦਾ ਹਰ ਇੱਕ ਕਿਹਾ ਜਾਣ ਵਾਲਾ ਉੱਤਮ ਸੁੱਖ ਮਨੁੱਖ ਨੂੰ ਨਸੀਬ ਹੋਵੇ, ਪਰ ਜੇ ਉਸ ਸੁੱਖ ਦੇ ਵਿੱਚੋਂ ਪ੍ਰਭੂ ਦੀ ਯਾਦ, ਉਹਦਾ ਧੰਨਵਾਦ, ਬੰਦਗੀ ਦਾ ਕਰਮ ਜਾਂ ਉਹਦੇ ਸੰਚੇ ਹੋਏ ਸੁੱਖ ਇਸ ਸ੍ਰਿਸ਼ਟ ਦੀ ਕਲਿਆਣ ਦੇ ਲਈ ਨਹੀਂ ਕਿਸੇ ਪ੍ਰਯੋਜਨ ਵਿੱਚ ਆਉਂਦੇ, ਤਾਂ ਉਸ ਸੁੱਖ ਦੇ ਨਾਲੋਂ ਇੱਕ ਫਕੀਰ ਤਲ ਦਾ ਜੀਵਨ, ਜਿਹਦੇ ਵਿੱਚ ਨਾ ਕਿਸੇ ਪਦਾਰਥ ਦੀ ਪਕੜ ਹੈ, ਨਾ ਕਿਸੇ ਪ੍ਰਕਾਰ ਦਾ ਦੁਨਿਆਵੀ ਸ਼ਾਸਨ ਆਦਿਕ ਦਾ ਅਹੰਕਾਰ ਹੈ, ਪਰ ਉਹ ਫਕੀਰ ਦਾ ਉੱਤਮ ਇਸ ਕਰਕੇ ਉੱਤਮ ਹੈ, ਭਾਵੇਂ ਉਹ ਮੰਗ ਕੇ ਗੁਜ਼ਾਰਾ ਕਰਦਾ ਹੈ, ਪਰ ਫਿਰ ਵੀ ਪ੍ਰਭੂ ਦੀ ਸਿਮਰਨ ਦਾ ਜਿਹੜਾ ਮਾਰਗ ਹੈ ਉਹਨੂੰ ਨਹੀਂ ਤਿਆਗਦਾ। ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਬੇਅੰਤ ਸਮਰੱਥਾ ਹੋਣ ਦਾ ਮਤਲਬ ਪ੍ਰਭੂ ਦਾ ਮਾਰਗ ਛੱਡ ਦੇਣਾ ਨਹੀਂ, ਸਗੋਂ ਉਹਦੀ ਯਾਦ ਨੂੰ ਹੋਰ ਦ੍ਰਿੜ ਕਰਨਾ ਹੈ। ਤਾਂ ਇਸੇ ਪ੍ਰਕਾਰ ਜਦੋਂ ਮਨੁੱਖ ਸੰਸਾਰ ਦੀ ਅਸਲੀਅਤ ਨੂੰ ਆਪਣੇ ਗਿਆਨ ਦੇ ਨੁਕਤੇ ਤੋਂ ਹੰਡਾਉਂਦਾ ਹੈ, ਤਾਂ ਫਿਰ ਉਸ ਨੂੰ ਪ੍ਰਤੀਤ ਹੁੰਦਾ ਹੈ ਕਿ ਜਗਤ ਵਿੱਚ ਕੋਈ ਸਦੀਵ ਰੂਪ ਦੇ ਵਿੱਚ ਸਾਥੀ ਨਹੀਂ। ਅਗਰ ਹਨ ਤਾਂ ਉਹ ਕੇਵਲ ਸਰੀਰ ਤੱਕ ਸੀਮਤ ਹਨ। ਸਰੀਰ ਦੇ ਵਿਨਸਣ ਤੋਂ ਬਾਅਦ, ਸਰੀਰ ਦੀ ਅਵਸਥਾ ਦੇ ਪਰਿਵਰਤਨ ਤੋਂ ਬਾਅਦ ਕੋਈ ਸਦੀਵ ਸਾਥੀ ਨਹੀਂ। ਇਸ ਕਰਕੇ ਪ੍ਰਭੂ ਦੀ ਯਾਦ ਹੀ, ਪਰਮੇਸ਼ਰ ਦੇ ਪ੍ਰਥਾਏ ਅਰਥ ਕੀਤੇ ਹੋਏ ਕਰਮ ਹੀ ਜੀਵਨ ਦਾ ਪਰਮ ਸਹਾਇਕ ਬਣਦੇ ਹਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਸਤਿਗੁਰੂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਾਰਗ ਮੋਤੀ ਬੀਥਰੇ। ਜੀਵਨ ਦੇ ਵਿੱਚ ਜਿੱਥੇ ਮਨੁੱਖ ਆਪਣੀ ਬੁੱਧੀ ਦੇ ਪ੍ਰਯੋਗ ਨਾਲ ਜੀਵਨ ਦੇ ਤਮਾਮ ਕਾਰਜ ਕਰਦਾ ਹੈ, ਉਹਨਾਂ ਨੂੰ ਸਵਾਰਦਾ ਹੈ, ਉਹਨਾਂ ਦੀ ਸਫਲਤਾ ਯਕੀਨੀ ਬਣਾਉਂਦਾ ਹੈ, ਪਰ ਉਹਦੀ ਬੁੱਧੀ ਦਾ ਪ੍ਰਯੋਗ ਉਹਦੇ ਕਰਮ ਇੰਦਰੀਆਂ ਦੁਆਰਾ ਪ੍ਰਗਟ ਹੁੰਦਾ ਹੈ। ਹੁਣ ਬੁੱਧੀ ਦੇ ਵਿੱਚ ਪਿਆ ਹੋਇਆ ਹੈ ਗਿਆਨ ਕਿ ਜਦ ਕੰਡਾ ਪੈਰ ਦੇ ਵਿੱਚ ਚੁਭੇਗਾ ਜ਼ਖਮ ਹੋਏਗਾ। ਹੁਣ ਬੁੱਧੀ ਦੇ ਇਸ ਗਿਆਨ ਨੂੰ ਅਮਲ ਰੂਪ ਦੇ ਵਿੱਚ ਸਹਾਇਕ ਪ੍ਰਗਟ ਕਰਨ ਦੇ ਲਈ ਅੱਖਾਂ ਸਹਾਇਕ ਹੋ ਰਹੀਆਂ ਨੇ ਕਿ ਮਨੁੱਖ ਰਸਤੇ ਵਿੱਚ ਚੱਲਦਾ ਹੈ, ਅੱਖਾਂ ਗਿਆਨ ਰੂਪ ਨਿਰਣਾ ਕਰੀ ਜਾਂਦੀਆਂ ਨੇ ਕਿ ਮਾਰਗ ਦੇ ਵਿੱਚ ਕੁਝ ਕੰਡੇ ਆਦਿਕ ਜਾਂ ਕੁਝ ਰੋਡ ਆਦਿਕ ਜਾਂ ਮਾਰਗ ਉੱਚਾ ਨੀਵਾਂ 'ਤੇ ਨਹੀਂ ਹੈ। ਇਹ ਬੁੱਧੀ ਦਾ ਗਿਆਨ ਜਿਹੜਾ ਹੈ ਅੱਖਾਂ ਦ੍ਰਿਸ਼ ਦੁਆਰਾ ਦੇਖ ਕੇ ਉਹਦੇ ਤੱਕ ਪਹੁੰਚਾਉਂਦੀਆਂ ਹਨ। ਹੁਣ ਮਨੁੱਖ ਅੰਧਾ ਹੋਵੇ ਤਾਂ ਜਿਸ ਮਾਰਗ 'ਤੇ ਚੱਲ ਰਿਹਾ, ਨੇਤਰ ਬੰਦ ਨੇ, ਨੇਤਰਾਂ ਦੁਆਰਾ ਦੇਖ ਨਹੀਂ ਸਕਦਾ, ਅਤੇ ਉਹਦੇ ਪੈਰ ਦੇ ਵਿੱਚ ਕੰਡਾ ਚੁੱਭ ਜਾਏ ਤਾਂ ਕੋਈ ਹੈਰਾਨਗੀ ਵਾਲੀ ਗੱਲ ਨਹੀਂ, ਕਿਉਂਕਿ ਕਿਹਾ ਜਾ ਸਕਦਾ ਹੈ ਕਿ ਇਸ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ, ਇਸ ਕਰਕੇ ਕੀ ਪਤਾ ਇਹਦੇ ਪੈਰ ਹੇਠਾਂ ਕੀ ਆ ਗਿਆ। ਤਾਂ ਇਸੇ ਪ੍ਰਕਾਰ ਇਸ ਸ਼ਲੋਕ ਦੀ ਉਥਾਨਕਾ ਦੇ ਵਿੱਚ ਇੱਕ ਗੱਲ ਸਪਸ਼ਟ ਟੀਕਾਕਾਰਾਂ ਨੇ ਲਿਖੀ ਹੈ ਕਿ ਕਹਿੰਦੇ ਕਿ ਇੱਕ ਦਫਾ ਕੋਈ ਗਰੀਬ ਲੱਕੜਹਾਰਾ ਕੋਈ ਜੰਗਲ ਦੇ ਵਿੱਚ ਚਲਿਆ ਜਾ ਰਿਹਾ ਸੀ। ਉਹਦੇ ਰੋਜ਼ਾਨਾ ਦੇ ਜੀਵਨ ਨੂੰ ਇੱਕ ਮਹਾਤਮਾ ਦੇਖਦਾ ਸੀ। ਉਹਨੇ ਸੋਚਿਆ ਕਿ ਇਹਦੀ ਮਿਹਨਤ ਬੜੀ ਹੈ, ਪਰ ਇਹਨੂੰ ਪ੍ਰਾਪਤ ਬਹੁਤ ਥੋੜ੍ਹਾ ਹੁੰਦਾ ਹੈ, ਕਿਉਂ ਨਾ ਇਹਦੇ ਜੀਵਨ ਦੇ ਵਿੱਚੋਂ ਇਸ ਗਰੀਬੀ ਦੇ ਸੰਕਟ ਨੂੰ ਕੱਟ ਦੇਵਾਂ। ਤਾਂ ਉਹਦੇ ਕੋਲੋਂ ਕਾਫੀ ਹੀਰੇ ਜਵਾਹਰਾਤ ਆਦਿਕ ਸਨ। ਉਹਨੇ ਜਿਸ ਰਸਤੇ ਦੁਆਰਾ ਲੱਕੜਹਾਰਾ ਗੁਜ਼ਰਦਾ ਸੀ, ਉਸ ਰਸਤੇ ਦੇ ਉੱਪਰ ਉਹਨੇ ਹੀਰੇ ਜਵਾਹਰਾਤ ਆਦਿਕ ਖਿਲਾਰ ਦਿੱਤੇ। ਇੰਨੇ 'ਚ ਇਹਨੂੰ ਜਿਹੜਾ ਲੱਕੜਹਾਰਾ ਸੀ, ਕਿਉਂਕਿ ਰੋਜ਼ਾਨਾ ਉਸ ਮਾਰਗ ਦੁਆਰਾ ਚੱਲ ਕੇ ਆਉਂਦਾ ਸੀ, ਅਤੇ ਖਿਆਲ ਸੁਭਾਵਕ ਮਨ ਦੇ ਵਿੱਚ ਆਇਆ ਕਿ ਅੱਜ ਅੱਖਾਂ ਮੀਟ ਕੇ ਚੱਲਣ ਦਾ ਯਤਨ ਕਰਦੇ ਹਾਂ, ਪਰ ਭਲਾ ਦੇਖਦੇ ਹਾਂ ਕਿ ਅੰਨੇ ਲੋਕ ਜਿਨ੍ਹਾਂ ਨੂੰ ਨੇਤਰਾਂ ਤੋਂ ਨਹੀਂ ਦਿਖਦਾ,
ਉਹਨਾਂ ਦੇ ਬਿਨਾਂ ਅੱਖਾਂ ਤੋਂ ਉਹਨਾਂ ਦਾ ਜੀਵਨ ਕਿਹੋ ਜਿਹਾ ਹੋ ਜਾਂਦਾ। ਇਸ ਕਰਕੇ ਉਹਨਾਂ ਅੱਖਾਂ ਬੰਦ ਕਰ ਲਈਏ, ਚੱਲਣਾ ਸ਼ੁਰੂ ਕਰ ਦਿੱਤਾ। ਜਦੋਂ ਚੱਲਦਾ ਚੱਲਦਾ ਉਸ ਜਗ੍ਹਾ ਤੋਂ ਗੁਜ਼ਰਿਆ ਜਿੱਥੇ ਮਹਾਤਮਾ ਨੇ ਉਹ ਜਹੀਰੇ ਜਵਾਹਰਾਤ ਕੁਝ ਰਤਨ ਆਦਿ ਖਿਲਾਰੇ ਹੋਏ ਸਨ। ਜਦੋਂ ਉਹਦੇ ਪੈਰ ਦੇ ਵਿੱਚ ਚੁਭੇ, ਨੇਤਰ ਬੰਦ ਕੀਤੇ ਹੋਏ ਸਨ, ਤਾਂ ਉਹ ਚੁਭਣ ਨੂੰ ਸਹਾਰਦਾ ਅੱਗੇ ਲੰਘ ਗਿਆ। ਫਿਰ ਅੱਗੇ ਜਾ ਕੇ ਅੱਖਾਂ ਖੋਲ੍ਹੀਆਂ, ਕਹਿਣ ਲੱਗਾ ਅੰਨਿਆਂ ਦੀ ਜ਼ਿੰਦਗੀ ਬੜੀ ਔਖੀ ਹੁੰਦੀ ਹੋਏਗੀ, ਕਿੰਨੇ ਰੋੜ ਚੁਭੇ ਹਨ, ਅਜੇ ਥੋੜ੍ਹਾ ਜਿਹਾ ਹੀ ਅੰਧਿਆਂ ਦੇ ਵਾਂਗ ਚੱਲਣ ਦਾ ਯਤਨ ਕੀਤਾ। ਇਸ ਕਰਕੇ ਜਿਸ ਮਨੁੱਖ ਕੋਲੋਂ ਨੇਤਰ ਨਹੀਂ ਉਹਦੀ ਤਾਂ ਜੀਵਨ ਬੜਾ ਹੀ ਮੁਸ਼ਕਿਲ ਹੁੰਦਾ ਹੋਏਗਾ। ਫਿਰ ਅੱਗੇ ਚਲਾ ਗਿਆ। ਉਹ ਮਹਾਤਮਾ ਇਸ ਗੱਲ ਨੂੰ ਦੇਖਦਾ ਹੀ ਰਹਿ ਗਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਰਗ ਮੋਤੀ ਬੀਥਰੇ। ਅਸੀਂ ਆਸਾ ਦੀ ਵਾਰ ਦੇ ਵਿੱਚ ਬਚਨ ਪੜ੍ਹਦੇ ਹਾਂ ਸਤਿਗੁਰੂ ਸਾਹਿਬ ਜੀ ਦੇ, ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਦੂਜੇ ਪਾਸੇ ਸ਼ਾਮ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਰਹਿਰਾਸ ਸਾਹਿਬ ਦੇ ਵਿੱਚ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਵੇਖੋ ਸਾਨੂੰ ਦੁਨਿਆਵੀ ਸੂਝ ਹੈ। ਅਸੀਂ ਕਦੀ ਸੁਨਿਆਰ ਦੇ ਪਾਸ ਜਾ ਕੇ ਕਰਿਆਨੇ ਦੀ ਵਸਤ ਨਹੀਂ ਮੰਗੀ, ਜਾਂ ਸੁਨਿਆਰ ਬਾਜ਼ਾਰ ਦੇ ਵਿੱਚ ਜਾ ਕੇ ਫਰਨੀਚਰ ਦੀ ਮੰਗ ਨਹੀਂ ਕੀਤੀ। ਉੱਥੇ ਪਤਾ ਜੋ ਮਿਲਦਾ ਹੈ ਉਹਦੀ ਹੀ ਮੰਗ ਕਰਦੇ ਹਾਂ। ਇੰਝ ਗੁਰਬਾਣੀ ਨੇ ਸਾਨੂੰ ਇਹ ਸੰਸਾਰ ਕੀ ਹੈ, ਇਸ ਸੰਸਾਰ ਦੇ ਵਿੱਚ ਆ ਕੇ ਕਰਨਾ ਕੀ ਹੈ, ਅਤੇ ਸਾਡੇ ਮਨੁੱਖਾ ਜਨਮ ਦਾ ਪ੍ਰਯੋਜਨ ਕੀ ਹੈ, ਇਹ ਗੁਰਬਾਣੀ ਨੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੇ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ। ਇਸ ਉਪਦੇਸ਼ ਨੂੰ ਸੁਣ ਕੇ ਪੜ੍ਹ ਕੇ ਵੀ ਸਾਡਾ ਜਿਹੜਾ ਅਭਿਆਸ ਹੈ, ਜਿਹੜਾ ਵਿਵਹਾਰ ਹੈ, ਉਹਦੇ ਅਨੁਸਾਰ ਅਸੀਂ ਜਗਤ ਨੂੰ ਕੁਝ ਹੋਰ ਸਮਝ ਬੈਠੇ ਹਾਂ। ਗੁਰਬਾਣੀ ਦੇ ਵਿੱਚ ਜੇ ਵੈਰਾਗ ਦਾ ਭਾਵ ਦ੍ਰਿੜ ਕਰਾਇਆ ਹੈ ਅਤੇ ਜਗਤ ਨੂੰ ਸਰਾਂ ਕਿਹਾ ਹੈ, ਤਾਂ ਉਹਦਾ ਭਾਵ ਹੈ ਕਿ ਤੇਰੀ ਚੱਲਣ ਜੁਗਤ ਤਾਰਿਆਂ ਵਰਗੀ ਰਹੇ, ਪਰਾਹੁਣਿਆਂ ਵਰਗੀ ਰਹੇ, ਤਾਂ ਕਿ ਤੂੰ ਇਸ ਜਗਤ ਦੀਆਂ ਸਰਾਂ ਦੇ ਵਿੱਚ ਆਲਸੀ ਹੋ ਕੇ ਜਾਂ ਕਿਸੇ ਪ੍ਰਕਾਰ ਦੇ ਮਨਮੁਖੀ ਪ੍ਰਭਾਵ ਹੇਠ ਆ ਕੇ ਜਿਹੜਾ ਕੁਝ ਉੱਤਮ ਸੰਚਣ ਦਾ ਵਕਤ ਹੈ ਉਹਨੂੰ ਵਿਅਰਥ ਨਾ ਗਵਾ ਬੈਠੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਅੰਧਾ ਸ਼ਬਦ ਅਤੇ ਮਾਰਗ ਮੋਤੀ ਬੀਥਰੇ ਇਹ ਦੋ ਸਥਿਤੀਆਂ ਨੇ ਇਸ ਵਾਕ ਦੇ ਵਿੱਚ। ਇਹਦਾ ਭਾਵ ਇਹ ਹੈ ਕਿ ਜਿਹੜਾ ਮਨੁੱਖ ਦਾ ਜਨਮ ਹੈ ਇਹ ਕੋਈ ਛੋਟੀ ਗੱਲ ਨਹੀਂ, ਬੜਾ ਦੁਰਲੱਭ ਅਵਸਰ ਹੈ। ਅਤੇ ਇਸ ਸਾਰੇ ਜੀਵਨ ਦੇ ਮਾਰਗ ਵਿੱਚ ਜਿਹੜਾ ਸਾਡੇ ਜੀਵਨ ਦਾ ਇੱਕ ਸਿਲਸਿਲਾ ਚੱਲਦਾ ਹੈ, ਉਸ ਸਾਰੇ ਜੀਵਨ ਦੇ ਸਿਲਸਿਲੇ ਵਿੱਚ ਸ਼ੁਭ ਗੁਣਾ ਰੂਪ ਮੋਤੀ ਬਿਖਰੇ ਪਏ ਨੇ, ਸ਼ੁਭ ਗੁਣਾ ਰੂਪ ਰਤਨ ਬਿਖਰੇ ਪਏ ਨੇ। ਅਮੋਲਕ ਜਿਹੜੀ ਕਰਨੀ ਵਾਲੇ ਰਤਨ ਹਨ ਉਹ ਬਹੁਤ ਸਾਰੇ ਮੌਜੂਦ ਹਨ ਸਾਡੇ ਜੀਵਨ ਦੇ ਰਸਤੇ ਵਿੱਚ। ਪਰ ਸਾਡੀ ਸਮੱਸਿਆ ਕੀ ਹੈ ਕਿ ਅੰਧਾ ਕਿ ਭਾਵ ਹਉਂ ਦੇ ਕਾਰਨ ਕਰਕੇ ਸਾਡੇ ਜਿਹੜੇ ਨੇਤਰ ਹਨ, ਸਾਡੇ ਜੀਵਨ ਦੇ ਹੋਰ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਹਨ, ਇਹ ਗਿਆਨ ਦੀ ਦ੍ਰਿਸ਼ਟੀ ਵਾਲਾ ਕਰਮ ਛੱਡ ਬੈਂਦੇ ਹਨ ਅਤੇ ਉਸ ਗੁਣਾਂ ਦੀ ਰਾਸ ਨੂੰ ਸੰਭਾਲਦੇ ਹੀ ਨਹੀਂ ਹਨ। ਅਤੇ ਅੰਧਿਆਂ ਦੀ ਨਿਆਈ ਉਹ ਰਤਨਾਂ ਦੀ ਬਿਨਾਂ ਦੇਖਣ ਤੋਂ ਪਰਖਣ ਤੋਂ ਆਪਣੇ ਕੋਲ ਸੰਭਾਲਣ ਤੋਂ ਬਿਨਾਂ ਹੀ ਜੀਵਨ ਗੁਜ਼ਾਰ ਦਿੰਦੇ ਹਨ। ਹੁਣ ਇਹ ਸਮੱਸਿਆ ਦਾ ਜ਼ਿਆਦਾ ਜਿਹੜਾ ਗਹਿਰਾ ਕਾਰਨ ਕੀ ਹੈ? ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਜਿਹੜਾ ਗਰਭ ਕਾਲ ਹੈ ਉਹ ਬੰਦੇ ਦੀ ਜ਼ਿੰਦਗੀ ਦਾ ਬ੍ਰਹਮ ਗਿਆਨੀ ਅਵਸਥਾ ਵਾਲਾ ਕਾਲ ਹੈ। ਉਸ ਕਾਲ ਦੇ ਵਿੱਚ ਜਿਹੜੀ ਮਨੁੱਖ ਦੀ ਚੇਤਨਾ ਹੈ ਉਹ ਸਾਰੀ ਸਿਮਰਨ ਰੂਪ ਹੈ। ਇੱਥੋਂ ਤੱਕ ਕਿ ਉਹਦੀ ਦੇਹ ਵੀ ਜਿਹੜੀ ਉਹ ਵੀ ਸਿਮਰਨ ਰੂਪ ਹੁੰਦੀ ਹੈ। ਦੇਹ ਸਿਮਰਨ ਰੂਪ ਹੋਣ ਕਰਕੇ ਉਹਦੀ ਜਿਹੜੀ ਯਾਦ ਹੈ ਉਹ ਲਿਵ ਰੂਪ ਬਣੀ ਹੁੰਦੀ ਹੈ। ਲਿਵ ਰੂਪ ਦਾ ਭਾਵ ਹੁੰਦਾ ਹੈ ਕਿ ਜਿਹਦੇ ਵਿੱਚ ਬੰਦਾ ਇਹ ਨਾ ਸਮਝੇ ਕਿ ਮੈਂ ਸਰੀਰ ਹਾਂ, ਜਾਂ ਇਹ ਵੀ ਨਾ ਸਮਝੇ ਕਿ ਮੈਂ ਇਸ ਥਾਂ 'ਤੇ ਗੁਰੂ ਘਰ ਇਸ ਜਗ੍ਹਾ 'ਤੇ ਇਸ ਢੰਗ ਨਾਲ ਬੈਠਾ ਹੋਇਆ। ਜਦੋਂ ਲਿਵ ਇਕਾਗਰ ਹੁੰਦੀ ਹੈ ਉਦੋਂ ਸਿਰਫ ਦੋ ਹੀ ਗੱਲਾਂ ਬਚਦੀਆਂ ਨੇ ਕਿ ਇੱਕ ਜਿਹੜੀ ਆ ਕਥਾ ਦੀ ਆਵਾਜ਼ ਆ ਰਹੀ ਹੈ ਇਹ, ਅਤੇ ਇੱਕ ਜਿਹੜਾ ਮੇਰੀ ਸਰੋਤ ਸੁਣ ਰਹੀ ਹੈ। ਇਹ ਵੀ ਖਿਆਲ ਨਹੀਂ ਰਹਿੰਦਾ ਕਿ ਉੱਥੇ ਮੇਰਾ ਆਹ ਨਾਮ ਹੈ, ਮੈਂ ਇਸ ਜਗ੍ਹਾ ਬੈਠਾ ਹੋਇਆ ਇਹ ਸੁਣ ਰਿਹਾ। ਲਿਵ ਇਕਾਗਰਤਾ ਦਾ ਭਾਵ ਇਹ ਹੈ। ਅਤੇ ਗਰਭ ਕਾਲ ਦੇ ਵਿੱਚ ਬੰਦਿਆ ਲਿਵ ਆਧਾਰਿਤ ਜੀਵਨ ਜਿਉਂਦਾ ਹੈ। ਇਸ ਕਰਕੇ ਉਹਦੀ ਸਰੀਰ ਦੀ ਹਾਲਤ ਉਂਝ ਦੇਖੋ ਪੁੱਠਾ ਲਟਕਿਆ ਹੁੰਦਾ ਹੈ। ਵਾਵਨ ਵਾਕ ਹੁੰਦੇ ਨਾ, ਮੁੱਖ ਤਲੇ ਪੈਰ ਉੱਪਰ ਹੈ, ਉਹਦੇ ਵਿੱਚ ਉਹਦਾ ਜਠਰ ਅਗਨੀ ਵਿੱਚ ਰਹਿੰਦਾ ਹੈ। ਪਰ ਇਹ ਸਾਰੀਆਂ ਵਿਪਰੀਤ ਹਾਲਾਤਾਂ ਦੇ ਬਾਵਜੂਦ ਉਹ ਸਮਾਂ ਸੁਖੈਨ ਬਣਿਆ ਰਹਿੰਦਾ ਕਿਉਂਕਿ ਜੀਵਨ ਲਿਵ ਰੂਪ ਹੋ ਗਿਆ ਹੈ। ਪਰ ਜਦੋਂ ਇਸ ਸੰਸਾਰ ਵਿੱਚ ਪ੍ਰਵੇਸ਼ ਕਰਦਾ ਹੈ ਉਹ ਲਿਵ ਜਿਹੜੀ ਹੈ ਤ੍ਰਿਸ਼ਨਾ ਰੂਪ ਹੋ ਜਾਂਦੀ ਹੈ। ਤਾਂ ਇਹਨੂੰ ਇੱਕ ਹੋਰ ਅਗਲਾ ਨੁਕਤਾ ਹੈ ਕਿ ਜਦੋਂ
ਸਾਡੀ ਯਾਦ ਦੇ ਵਿੱਚ ਸੰਸਾਰ ਪਦਾਰਥ ਵਕਾਰ ਵਸ ਜਾਣ, ਮਾਇਆ ਦਾ ਦਖਲ ਹੋ ਜਾਏ, ਉਦੋਂ ਸਾਡੀ ਯਾਦ ਤ੍ਰਿਸ਼ਨਾ ਬਣ ਜਾਂਦੀ ਹੈ। ਅਤੇ ਜਦੋਂ ਉਹ ਧਾਤ ਬਣ ਜਾਂਦੀ ਹੈ, ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ, ਲਿਵ ਧਾਤ ਦੋਏ ਰਹਾ ਹੈ, ਲਿਵ ਤੋਂ ਉਲਟਾ ਜੀਵਨ ਹੈ ਧਾਤ। ਅਤੇ ਜਦੋਂ ਮਨੁੱਖ ਦੀ ਸੁਰਤ ਦੇ ਵਿੱਚ ਸੰਸਾਰ ਮਾਇਆ ਦਾ ਪ੍ਰਭਾਵ ਅਤੇ ਜੀਵਨ ਦੇ ਛੋਟੇ ਅਰਥ ਜਦੋਂ ਟਿਕ ਜਾਣ ਅਤੇ ਉਹਦੇ ਹੀ ਵਿੱਚ ਜੀਵਨ ਜਿਉਣ ਲੱਗ ਪਵੇ, ਉਹ ਤ੍ਰਿਸ਼ਨਾ ਧਾਤ ਬਣ ਜਾਂਦੀ ਹੈ। ਮਤਲਬ ਦੂਜੇ ਪਾਸੇ ਜੇ ਉਸੇ ਯਾਦ ਦੇ ਵਿੱਚ ਪ੍ਰਭੂ ਆਪਣੇ ਜੋਤ ਸਰੂਪ ਦੀ ਪਛਾਣ, ਆਪਣੇ ਜੀਵਨ ਮਨੋਰਥ ਦਾ ਜਿਹੜਾ ਪਰਮ ਆਦਰਸ਼ ਹੈ ਉਹ, ਅਤੇ ਪ੍ਰਭੂ ਦੇ ਸ਼ੁਭ ਗੁਣਾਂ ਦੀ ਪ੍ਰਾਪਤੀ ਦੇ ਮਾਰਗ 'ਤੇ ਚੱਲਣ ਦੀ ਜਿਹੜੀ ਚਾਹਨਾ ਹੈ, ਸਾਧਨਾ ਹੈ, ਜਦੋਂ ਮਨੁੱਖ ਦੀ ਯਾਦ ਦਾ ਕੇਂਦਰ ਇਹ ਬਣਦੇ ਨੇ ਅਤੇ ਉਦੋਂ ਮਨੁੱਖ ਲਿਵ ਮੁਖੀ ਜੀਵ ਵਾਲਾ ਜੀਵਨ ਬਣਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਧਾ ਨਿਕਸਿਓ ਆਏ। ਹੁਣ ਸਮੱਸਿਆ ਕੀ ਬਣੀ, ਦੁਬਾਰਾ ਇਸ ਗੱਲ ਨੂੰ ਵਾਚੀਏ ਕਿ ਜਦੋਂ ਹੀ ਜਨਮ ਹੋਇਆ ਆਪਣੇ ਆਪ ਨੂੰ ਸਰੀਰ ਸਮਝ ਲਿਆ, ਅਤੇ ਸਰੀਰ ਦੇ ਤਲ 'ਤੇ ਹੀ ਜਿਹੜੀ ਇੱਕ ਚੇਤਨਾ ਸੀ, ਜਿਹੜੀ ਪਹਿਲਾਂ ਆਤਮ ਰੂਪ ਵਿੱਚ ਖਿੜੀ ਸੀ ਅਤੇ ਸਰੀਰ ਦੀ ਕੋਈ ਹੋਂਦ ਮਹਿਸੂਸ ਨਹੀਂ ਸੀ ਹੁੰਦੀ, ਹੁਣ ਆਪਣੀ ਚੇਤਨਾ ਨੂੰ ਜਿਹੜਾ ਹੈ ਸਰੀਰ ਦੇ ਪੱਧਰ 'ਤੇ ਲੈਣ ਦਿੱਤਾ ਹੈ, ਸੀਮਤ ਕਰ ਲਿਆ ਹੈ। ਅਤੇ ਹੁਣ ਸਰੀਰ ਦੇ ਪੱਧਰ 'ਤੇ ਜਿੰਨਾ ਇੰਦਰੀਆਂ ਦੇ ਵਿੱਚੋਂ ਪ੍ਰਭਾਵ ਪੈਦਾ ਹੁੰਦਾ ਹੈ, ਇੰਦਰੀਆਂ ਦੇ ਵਿੱਚੋਂ ਸੁੱਖ ਆਦਿਕ ਪੈਦਾ ਹੁੰਦਾ ਹੈ, ਉਹਦੇ ਤਲ 'ਤੇ ਆਪਣੇ ਆਪ ਨੂੰ ਦੋਹਰੀਆਂ ਸਥਿਤੀਆਂ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦੋਹਰੀਆਂ ਦਾ ਭਾਵ ਹੁਣ ਜੇ ਸਰੀਰ ਹੈ ਉਹ ਦੁੱਖ ਦਾ ਵੀ ਅਨੁਭਵ ਕਰਦਾ ਹੈ, ਸੁੱਖ ਦਾ ਵੀ ਅਨੁਭਵ ਕਰਦਾ ਹੈ, ਇਸੇ ਪ੍ਰਕਾਰ ਉਸਤਤ ਨਿੰਦਿਆ ਦਾ ਅਨੁਭਵ ਕਰਦਾ ਹੈ, ਹਰਖ ਸੋਗ ਦਾ ਅਨੁਭਵ ਕਰਦਾ ਹੈ। ਅਤੇ ਇਹ ਸਾਰੀਆਂ ਦੋਵੇਂ ਸਥਿਤੀਆਂ ਡੁਲਾਏਮਾਨ ਹੁੰਦੀਆਂ ਨੇ, ਕਦੀ ਵੀ ਇਹਨਾਂ ਦੇ ਵਿੱਚ ਬੰਦਾ ਥਿਰ ਨਹੀਂ ਰਹਿ ਸਕਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਧਾ ਨਿਕਸਿਓ ਆਏ। ਇਸੇ ਪ੍ਰਕਾਰ ਇੱਥੇ ਆ ਕੇ ਆਪਣੀ ਹਉ ਪੈਦਾ ਕਰ ਲਈ, ਕਿਉਂਕਿ ਆਪਣੀ ਚੇਤਨਾ ਨੂੰ ਸੀਮਤ ਕਰ ਲਿਆ। ਆਪਣੀ ਚੇਤਨਾ ਦੇ ਵਿੱਚ ਜਾਂ ਕਿਤੇ ਇਹ ਸਮਝਣਾ ਸੀ ਕਿ ਮੈਂ ਪ੍ਰਭੂ ਰੂਪ ਹਾਂ ਜਾਂ ਉਹਦਾ ਜੋਤ ਸਰੂਪ ਹਾਂ, ਅਤੇ ਆਤਮਿਕ ਤਲ ਦਾ ਜੀਵਨ ਜਿਉਣਾ ਸੀ, ਉਹਨੂੰ ਛੱਡ ਕੇ ਅਤੇ ਸਰੀਰ ਤਲ ਦਾ ਜੀਵਨ ਜਿਉ ਰਹੇ ਹਾਂ। ਅਤੇ ਉਹਦੇ ਵਿੱਚ ਵੀ ਇੰਦਰੀਆਂ ਦੇ ਗੁਲਾਮ। ਇੰਦਰੀਆਂ ਦੇ ਗੁਲਾਮ ਦਾ ਭਾਵ ਕਿ ਜਦੋਂ ਅੰਧਾ ਸ਼ਬਦ ਕਿਹਾ ਗਿਆ ਹੈ ਅਤੇ ਇਹਦਾ ਭਾਵ ਹੈ ਕਿ ਜਿਹੜੀ ਇਹਨਾਂ ਕਰਮ ਇੰਦਰੀਆਂ ਦੇ ਵਿੱਚ ਕੁਦਰਤੀ ਸੋਝੀ ਪਈ ਹੈ, ਉਹਨੂੰ ਵੀ ਮਨੁੱਖ ਨਹੀਂ ਪਕੜਦਾ। ਮਤਲਬ ਕੀ ਹੈ ਕਿ ਜਿਵੇਂ ਹੁਣ ਮਨੁੱਖ ਚੋਰੀ ਕਰਦਾ ਹੈ, ਜਾਂ ਆਪਣੇ ਨੇਤਰਾਂ ਦੇ ਨਾਲ ਮਲੀਨ ਕਰਮ ਕਰਦਾ ਹੈ, ਜਾਂ ਹੱਥਾਂ ਦੇ ਨਾਲ ਹਿੰਸਾ ਕਰਦਾ ਹੈ, ਇਹ ਕਰਮ ਕਰਦਿਆਂ ਵੀ ਇਹਨੂੰ ਪਤਾ ਤਾਂ ਹੁੰਦਾ ਹੀ ਹੈ ਕਿ ਇਹ ਕਰਮ ਅਵਗੁਣੀ ਹੈ, ਇਹ ਬੁਰਾ ਕਰਮ ਹੈ। ਅਤੇ ਇਸ ਕਰਕੇ ਇਸ ਕਰਮ ਕਰਨ ਦੇ ਨਾਲ ਜਿਸ ਕਰਮ ਇੰਦਰੀ ਨਾਲ ਕਰਮ ਕਰਾਂਗਾ, ਉਹ ਮੇਰੇ ਜੀਵਨ ਦਾ ਕਰਮ ਇੰਦਰਾ ਜਿਹੜਾ ਹੈ ਮਲੀਨ ਹੋ ਜਾਏਗਾ, ਅਤੇ ਉਹ ਮਤਲਬ ਪਾਪ ਦੀ ਅਵਸਥਾ ਵਿੱਚ ਗ੍ਰਸਤ ਹੋ ਜਾਏਗਾ। ਕਰਮ ਕਰਦਾ ਹੈ ਆਪਣੇ ਕਰਮ ਇੰਦਰੀਆਂ ਦੇ ਨਾਲ, ਪਰ ਜਿਹੜੀ ਚੇਤਨਾ ਸ਼ੁੱਧ ਨਹੀਂ ਰਹਿੰਦੀ, ਠੀਕ ਨਹੀਂ ਰਹਿੰਦੀ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਜੀਵਨ ਦੇ ਸਮੁੱਚੇ ਮਾਰਗ ਦੇ ਵਿੱਚ ਸ਼ੁਭ ਗੁਣਾਂ ਦੇ ਮੋਤੀ ਵਿਖਰੇ ਪਏ ਸਨ। ਕਰਨਾ ਕੀ ਸੀ ਕਿ ਦ੍ਰਿਸ਼ਟੀ ਨੂੰ ਸੁਚੇਤ ਰੱਖ ਕੇ ਅਤੇ ਉਹ ਚੁਗ ਚੁਗ ਕੇ ਆਪਣੇ ਪੱਲੇ ਬੰਨ੍ਹ ਕੇ ਅਤੇ ਆਪਣੀ ਇੱਕ ਰਾਸ ਵਧਾ ਲੈਣੀ ਸੀ, ਜਿਹੜੀ ਇਕੱਲੀ ਗੁਣਾਂ ਵਾਲੀ ਹੁੰਦੀ। ਪਰ ਕਹਿੰਦੇ ਅੰਧਾ ਹੋਣ ਕਰਕੇ ਹਉ ਦੇ ਸਹਿਤ ਹੋ ਗਿਆ, ਅਤੇ ਆਪਣੇ ਆਪ ਨੂੰ ਜਿੱਥੇ ਪ੍ਰਭੂ ਦੀ ਕਿਰਪਾ ਨੇ ਕੇਂਦਰ ਬਣਨਾ ਸੀ, ਉੱਥੇ ਆਪਣੀ ਹਉਮੈ ਨੂੰ ਕੇਂਦਰ ਬਣਾ ਲਿਆ ਅਤੇ ਪ੍ਰਭੂ ਦੀ ਕਿਰਪਾ ਨੂੰ ਛਟਕਾਉਣਾ ਸ਼ੁਰੂ ਕਰ ਦਿੱਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਕੀ ਹੁੰਦਾ ਹੈ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਕਰਕੇ ਤਮਾਮ ਦੁਨੀਆ ਆਪਣੇ ਜੋਤ ਸਰੂਪ ਦੀ ਪਛਾਣ ਤੋਂ ਬਿਨਾਂ ਸਰੀਰ ਦੇ ਤਲ 'ਤੇ ਜਿਉਂਦੇ ਨੇ, ਸਰੀਰ ਦੇ ਤਲ 'ਤੇ ਇੰਦਰਿਆਵੀ ਚੇਤਨਾ ਦੇ ਤਲ 'ਤੇ ਸੀਮਤ ਰਹਿ ਜਾਂਦੇ ਨੇ, ਅਤੇ ਆਖਰ ਉਹੀ ਇੰਦਰਿਆਵੀ ਚੇਤਨਾ ਵਾਸਨਾ ਬਣ ਜਾਂਦੀ ਹੈ, ਅਤੇ ਵਾਸਨਾ ਬਣ ਕੇ ਫਿਰ ਆਵਾਗਮਨ ਦੇ ਅਧਿਕਾਰੀ ਹੋ ਜਾਂਦੇ ਨੇ। ਜਾਂ ਆਪਣੇ ਮਨ ਸਰੂਪ ਦੀ ਪਛਾਣ ਕਰ ਲੈਣੀ ਸੀ ਤਾਂ ਮੁਕਤ ਸਰੂਪ ਹੋ ਜਾਣਾ ਸੀ, ਪਰ ਨਾ ਪਛਾਣ ਕਰਕੇ ਸਗਲ ਜਿਹੜੀ ਆਰਜਾ ਹੈ ਭਰਮਦੇ ਰਹਿੰਦੇ ਹਨ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਮਾਰਗ ਮੋਤਰੀ ਬੀਥਰੇ ਦਾ ਭਾਵ ਹੁਣ ਅਸੀਂ ਗੁਰਬਾਣੀ ਵਿੱਚ ਵਾਕ ਪੜ੍ਹਦੇ ਹਾਂ ਕਿ ਜਿਹੜਾ ਜੀਵ ਹੈ ਇਸ ਸੰਸਾਰ ਵਿੱਚ ਵਣਜਾਰੇ ਦੀ ਨਹੀਂ ਆਏ। ਅਸੀਂ ਆਪਣੇ ਹੁਣ ਤੱਕ ਦੇ ਜੀਵਨ ਦੀ ਜੇ ਵਿਚਾਰ ਕਰੀਏ, ਅੱਜ ਜਿੱਥੋਂ ਜਿੱਥੋਂ ਤੱਕ ਸਾਡਾ ਜੀਵਨ ਪਹੁੰਚ ਗਿਆ, ਕਿਸੇ ਦਾ 50 ਸਾਲ ਬਤੀਤ ਹੋ ਗਿਆ, ਕਿਸੇ ਦਾ 70 ਸਾਲ, ਕੋਈ ਇੱਕ ਵਿਸ਼ੇਸ਼ ਗੁਣ ਦੱਸੋ ਜਿਹੜਾ ਦੁਨੀਆ ਦੀ ਲੀਹ ਤੋਂ ਪਰਾਂ ਹਟ ਕੇ ਕਮਾਇਆ ਹੋਵੇ। ਕੋਈ ਇੱਕ ਗੁਣ। ਜੇ ਮਨੁੱਖ ਕਹੇ ਮੈਂ ਬਹੁਤ ਵੱਡੇ ਮਕਾਨ ਖੜੇ ਕੀਤੇ ਨੇ, ਬਹੁਤ ਆਲੀਸ਼ਾਨ ਮਕਾਨ ਨੇ ਪੂਰੀ ਦੁਨੀਆ ਦੇ ਵਿੱਚ,
ਜਿਨ੍ਹਾਂ ਦੀ ਅਰਬਾਂ ਖਰਬਾਂ ਦੇ ਵਿੱਚ ਕੀਮਤ ਹੈ। ਮਨੁੱਖ ਕਹੇ ਕਿ ਮੈਂ ਆਪਣੀ ਬੁੱਧੀ ਦੇ ਨਾਲ ਵਿੱਦਿਆ ਦਾ ਬੜਾ ਧਨ ਕਮਾਇਆ ਹੈ, ਬੜੇ ਬੁੱਧੀਵਾਨ ਬੈਠੇ ਨੇ ਪਰਾਂ ਤੋਂ ਪਰਾਂ, ਬੜੀ ਇੱਜ਼ਤ ਪ੍ਰਤਿਭਾ ਕਮਾਈ ਹੈ। ਕਈ ਐਸੇ ਹਨ ਜਿਨ੍ਹਾਂ ਦੀ ਇੱਜ਼ਤ ਪ੍ਰਤਿਭਾ ਉਹਨਾਂ ਦੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ ਔਰ ਕਿੰਨੀ ਜ਼ਿਆਦਾ ਹੈ। ਕੁਝ ਵੀ ਕਿਸੇ ਵੀ ਗੱਲ ਦਾ ਜ਼ਿਕਰ ਕਰੇ, ਮਤਲਬ ਮਨੁੱਖ ਦੇ ਪਾਸ ਜੇ ਅਸੀਂ ਸਤਸੰਗੀ ਰੂਪ ਵਿੱਚ ਜੁੜ ਬੈਠੇ ਹਾਂ, ਜੇ ਅਸੀਂ ਵੀ ਆਪਣੇ ਜੀਵਨ ਦਾ ਮੁਲਾਂਕਣ ਕਰੀਏ ਤਾਂ ਸਾਡੇ ਕੋਲੋਂ ਕੋਈ ਇੱਕ ਵਿਸ਼ੇਸ਼ ਗੁਣ ਨਹੀਂ ਜਿਹਦੇ ਕਰਕੇ ਅਸੀਂ ਕਹਿ ਸਕੀਏ ਕਿ ਅਸੀਂ ਦੁਨੀਆ ਦੀ ਤੋਰ ਤੋਂ ਥੋੜ੍ਹਾ ਵੱਖਰੇ ਹਟ ਕੇ ਚੱਲੇ ਹਾਂ, ਜਾਂ ਦੁਨੀਆ ਜੇ ਇੰਨੇ ਗੁਣ ਸੰਚਦੀ ਹੈ ਤੇ ਉਹਨਾਂ ਗੁਣਾਂ ਦੇ ਮੁਕਾਬਲੇ ਅਧਿਆਤਮ ਮਾਰਗ 'ਤੇ ਚੱਲ ਕੇ ਅਸੀਂ ਆਹ ਗੁਣ ਕਮਾਇਆ। ਹੋ ਸਕਦਾ ਜੇ ਗਿਣਤੀ ਹੋਵੇ ਵੀ ਤਾਂ 1-2 ਦੀ ਹੋਏਗੀ, ਇਸ ਤੋਂ ਵਧੇਕ ਨਹੀਂ ਹੋਏਗੀ। ਇਹਦਾ ਭਾਵ ਕੀ ਹੈ ਕਿ ਬਹੁਤੇ ਰੱਬੀ ਸ਼ੁਭ ਗੁਣ ਨਾ ਹੋਣ ਦਾ ਕਾਰਨ ਕੀ ਹੈ ਕਿ ਜੀਵਨ ਅੰਧਿਆਂ ਦੀ ਨਿਆਈ ਬਤੀਤ ਕੀਤਾ ਹੈ। ਹੁਣ ਜਿਵੇਂ ਅੰਧਾ ਵੀ ਆਪਣੇ ਜੀਵਨ ਨੂੰ ਸੌਖਾ ਕਰ ਲੈਂਦਾ, ਕਿਵੇਂ? ਮੈਂ ਆਪਣੇ ਜੀਵਨ ਦੇ ਵਿੱਚ ਬੜੇ ਐਸੇ ਨੇਤਰਹੀਣ ਦੇਖੇ ਨੇ, ਆਪਣਾ ਭੋਜਨ ਪਕਾਉਣ ਤੋਂ ਲੈ ਕੇ ਆਪਣੇ ਵਸਤਰ ਧੋਣ ਤੋਂ ਲੈ ਕੇ ਆਪਣੇ ਜੀਵਨ ਦੇ ਸਾਰੇ ਕਰਮ ਆਪੇ ਕਰ ਲੈਂਦੇ ਨੇ, ਕੋਈ ਸਹਾਇਕ ਵੀ ਨਹੀਂ ਚਾਹੀਦਾ। ਇਸ ਤਰ੍ਹਾਂ ਦੇ ਅੰਧੇ ਅਸੀਂ ਹਾਂ ਕਿ ਜਗਤ ਵੱਲ ਦੇਖ ਕੇ ਕਿ ਜਿਵੇਂ ਜਗਤ ਕਰ ਰਿਹਾ ਉਵੇਂ ਕਰਨ ਦੀ ਸਾਨੂੰ ਵੀ ਸੋਝੀ ਆ ਜਾਂਦੀ ਹੈ ਅਤੇ ਉਹ ਥੋੜ੍ਹੇ ਬਹੁਤੇ ਅਸੀਂ ਕਰਮ ਕਰ ਲੈਂਦੇ ਹਾਂ। ਪਰਿਵਾਰਕ ਤੌਰ 'ਤੇ, ਪਦਾਰਥਕ ਤੌਰ 'ਤੇ ਜਾਂ ਦੁਨਿਆਵੀ ਤੌਰ 'ਤੇ ਸੰਪੰਨ ਹੋ ਜਾਣਾ, ਇੰਨਾ ਕਰਮ ਅਸੀਂ ਵੀ ਕਰ ਲੈਂਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਮਾਰਗ ਮੋਤੀ ਬੀਥਰੇ। ਹੁਣ ਮਾਰਗ ਮੋਤੀ ਬੀਥਰੇ ਨੂੰ ਜੀਵਨ ਦੀਆਂ ਅਵਸਥਾ ਦੇ ਹਿਸਾਬ ਨਾਲ ਸਮਝਣ ਦਾ ਯਤਨ ਕਰੀਏ। ਸਾਡੇ ਜੀਵਨ ਦੀ ਸਭ ਤੋਂ ਪਹਿਲੀ ਅਵਸਥਾ ਹੈ ਬਚਪਨ। ਇਸ ਅਵਸਥਾ ਦਾ ਦੁਨੀਆ ਭਰ ਦੇ ਜਿੰਨੇ ਮਨੋਵਿਗਿਆਨਕਾਂ ਨੇ ਵਿਸ਼ਲੇਸ਼ਣ ਕੀਤਾ ਹੈ, ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਜਿੰਨੇ ਜੀਨੀਅਸ ਬੰਦੇ ਹੋਏ ਨੇ, ਚਾਹੇ ਉਹ ਸਾਇੰਸ ਵਿੱਚ ਹੋਏ ਨੇ, ਅਧਿਆਤਮ ਵਿੱਚ ਹੋਏ ਨੇ ਜਾਂ ਦੁਨੀਆ ਦੇ ਕਿਸੇ ਖੇਤਰ ਵਿੱਚ ਹੋਏ ਨੇ, ਉਹਨਾਂ ਦੇ ਬਚਪਨ ਦੇ ਵਿੱਚ ਉਹਨਾਂ ਦੀ ਸਿਮਰਤੀ ਨੂੰ ਉਸ ਵਿਸ਼ੇਸ਼ ਗੁਣ ਨੇ ਅਪਣਾ ਲਿਆ ਸੀ। ਭਾਵ ਕਿ ਜੇ ਕਿਤੇ ਵਿਗਿਆਨਕਾਂ ਦਾ ਜੀਵਨ ਪੜ੍ਹੋ ਤਾਂ ਜ਼ਿਆਦਾ ਗੱਲ ਪਤਾ ਲੱਗ ਜਾਂਦੀ ਹੈ ਕਿ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਉਹੋ ਜਿਹੀਆਂ ਰੁਚੀਆਂ ਦੇ ਵਿੱਚ ਜਗਿਆਸਾ ਆਪਣੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਸੀ। ਅਤੇ ਜਿਹੜੇ ਅਧਿਆਤਮ ਵਾਲੇ ਹੋਏ ਨੇ ਉਹਨਾਂ ਦਾ ਵੀ ਜੀਵਨ ਦੇਖੋ ਤੇ ਉਹਨਾਂ ਨੇ ਆਪਣੇ ਜੀਵਨ ਦੀ ਜਿਹੜੀ ਨਿਰੋਲ ਸ਼ਵਸ਼ ਅਵਸਥਾ ਸੀ ਬਚਪਨ ਦੀ, ਉਹਦੇ ਵਿੱਚ ਗੁਣਾਂ ਦੀ ਸ਼ਮੂਲੀਅਤ ਭਾਵ ਕੇ ਬੰਦਗੀ ਦਾ ਧਨ ਸੰਚਣਾ ਸ਼ੁਰੂ ਕਰ ਦਿੱਤਾ ਸੀ। ਤਾਂ ਇਸੇ ਪ੍ਰਕਾਰ ਫਿਰ ਹੁਣ ਇੱਕ ਉਹ ਅਵਸਥਾ ਹੈ ਜਿਹਦੇ ਵਿੱਚ ਥੋੜ੍ਹਾ ਯਤਨ ਕਰਨ ਦੇ ਨਾਲ ਸਾਰੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੀ ਸਾਧਨਾ ਬਣੀ ਰਹਿਣੀ ਹੈ। ਪਹਿਲਾਂ ਉਹ ਰਾਸ ਗਵਾਈ, ਅਚੇਤ ਪੁਣੇ ਦੇ ਵਿੱਚ ਉਹ ਗਵਾਇਆ 12-15 ਸਾਲ ਤੱਕ। ਫਿਰ ਉਸ ਤੋਂ ਅੱਗੇ ਆ ਕੇ ਜਿਹੜੀ ਜੋਬਨ ਅਵਸਥਾ ਮਿਲੀ, ਇਹ ਵੀ ਬੜੀ ਕੀਮਤੀ ਹੈ ਕਿਉਂਕਿ ਸਰੀਰ ਦੇ ਵਿੱਚ ਤੰਦਰੁਸਤੀ ਲਗਭਗ ਬਹੁਤ ਘੱਟ ਨੌਜਵਾਨ ਬੰਦੇ ਬਿਮਾਰ ਹੁੰਦੇ ਨੇ। ਜੇ ਬਿਮਾਰੀਆਂ ਦਾ ਦਖਲ ਆਵੇ ਵੀ ਤਾਂ ਬਹੁਤ ਛੋਟੇ ਸਮੇਂ ਦਾ ਹੁੰਦਾ ਹੈ। ਜਵਾਨੀ ਦੀ ਅਵਸਥਾ ਦੇ ਵਿੱਚ ਬਹੁਤ ਸਾਰਾ ਜੋਸ਼ ਸੀ, ਉਤਸ਼ਾਹ ਸੀ, ਉਸ ਉਤਸ਼ਾਹ ਨੂੰ ਵੀ ਵਿਕਾਰਾਂ ਦੀ ਤਰਫ ਲਗਾ ਦਿੱਤਾ। ਇਹ ਨਹੀਂ ਸੋਚਿਆ ਕਿ ਇਸ ਜਵਾਨੀ ਦੀ ਅਵਸਥਾ ਦੇ ਵਿੱਚ ਕੋਈ 10-12-15 ਸਾਲ ਦੀ ਅਵਸਥਾ ਹੈ, 12 ਸਾਲ ਤੋਂ 24 ਸਾਲ ਮੰਨ ਲਈਏ, 12 ਸਾਲ ਫਿਰ ਬਣਦੇ ਨੇ। ਇਸ ਅਵਸਥਾ ਦੇ ਵਿੱਚ ਅੰਮ੍ਰਿਤ ਵੇਲੇ ਦੀ ਸਾਧਨਾ ਕਰਕੇ, ਸੇਵਾ ਦਾ ਵੱਡਾ ਉਦਮ ਕਮਾ ਕੇ, ਬੁੱਧੀ ਵੀ ਤਾਜ਼ੀ ਹੈ, ਗਿਆਨ ਦੀ ਤੀਖਣ ਵਿਚਾਰ ਕਰਕੇ ਗੁਰੂ ਦੇ ਗਿਆਨ ਰੂਪ ਦੀਪਕ ਨੂੰ ਆਪਣੇ ਅੰਦਰ ਜਗਾ ਲਵਾਂ, ਇਹ ਵੀ ਅਵਸਥਾ ਨਹੀਂ ਕੀਤੀ। ਫਿਰ ਅਗਲੀ ਅਵਸਥਾ ਜਿਹਦੇ ਵਿੱਚ ਕਿਉਂਕਿ ਨਿਰਾਸ਼ਾ ਵੀ ਇੱਕ ਵਾਰੀ ਗਿਆਨ ਦਾ ਕਾਰਨ ਬਣਦੀ। ਪਰਿਵਾਰਕ ਤਲ 'ਤੇ ਜੀਵਿਆ ਹੈ ਅਤੇ ਜਿਹੜੀ ਨਿਰਾਸ਼ਾ ਬਣੀ ਹੈ, ਉਹਨੇ ਪ੍ਰਭੂ ਦੇ ਦਰ ਦੀ ਜਾਂ ਅਧਿਆਤਮ ਸਾਧਨਾ ਕਰਨ ਦਾ ਕੋਈ ਖਿਆਲ ਪੈਦਾ ਕੀਤਾ, ਉਹਨੂੰ ਵੀ ਛੱਡ ਦਿੱਤਾ। ਅਤੇ ਇਸੇ ਪ੍ਰਕਾਰ ਫਿਰ ਆਖਰ ਆ ਕੇ ਜੀਵਨ ਦੀ ਅਵਸਥਾ 'ਤੇ ਵਾਚਦਾ ਹੈ। ਉਦੋਂ ਕੁਝ ਵੀ ਨਹੀਂ ਮੁੱਖ ਦੇ ਕੋਲ ਬਚਦਾ। ਉਦੋਂ ਜੇ ਸਿਮਰਤੀ ਦੇ ਵਿੱਚ ਕੋਈ ਗੁਰਬਾਣੀ ਕੰਠ ਕਰਨੀ ਚਾਹੇਗਾ ਉਹ ਨਹੀਂ ਹੋਣੀ, ਜੇ ਜ਼ੁਬਾਨ ਤੋਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰੇਗਾ ਤਾਂ ਨਹੀਂ ਹੋਣਾ, ਜੇ ਕੁਝ ਦੂਰੀ 'ਤੇ ਚੱਲ ਕੇ ਗੁਰੂਦੁਆਰ ਜਾਣਾ ਪਏ ਉਹ ਵੀ ਸੰਭਵ ਨਹੀਂ ਹੋਣਾ, ਜੇ ਅੰਮ੍ਰਿਤ ਵੇਲੇ ਦਾ ਉਦਮ ਕਰਨਾ ਪਏਗਾ ਤਾਂ ਕਈ ਸਮੱਸਿਆਵਾਂ ਆਉਣਗੀਆਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਰਗ ਮੋਤੀ ਬੀਥਰੇ। ਜੀਵਨ ਦੀ ਕਿਸੇ ਵੀ ਅਵਸਥਾ 'ਤੇ ਇੰਨੇ ਜ਼ਿਆਦਾ ਗੁਣ ਕਮਾ ਸਕਦਾ ਸੀ, ਪਰ ਉਹ ਸਾਰੀਆਂ ਅਵਸਥਾ ਨੂੰ ਅੰਧਿਆਂ ਦੀ ਨਿਆਈ ਹੰਡਾਇਆ ਹੈ ਅਤੇ ਮੋਤੀਆਂ ਦੀ ਸੂਝ ਹੀ ਨਹੀਂ ਆਈ। ਤਾਂ ਇਸੇ ਪ੍ਰਕਾਰ ਕਹਿੰਦੇ ਜੋਤ ਸੁਬਿਨਾ ਜਗਦੀਸ਼ ਕੀ, ਆਪਣਾ ਮੂਲ ਪਛਾਣੇ ਬਿਨਾ ਹੀ ਜਗਤ ਤੋਂ ਚਲੇ ਗਏ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਇਹਦਾ ਇੱਕ ਹੋਰ ਵੀ ਭਾਵ ਇਹ ਹੈ, ਹੁਣ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋ ਜਾਂਦਾ ਹੈ, ਦੁਨੀਆਦਾਰੀ 'ਤੇ ਚੱਲਣਾ ਹੈ, ਸਾਨੂੰ ਜਿਹੜੀ ਅਕਲ ਹੈ ਪਰਿਵਾਰ ਦੇ ਦਿੰਦਾ ਹੈ, ਸਾਡੇ ਸਕੂਲ ਵਿਦਿਆਲੇ ਕਾਲਜ ਯੂਨੀਵਰਸਿਟੀਆਂ ਦੇ ਦਿੰਦੀਆਂ ਨੇ। ਜੇ ਨਹੀਂ ਇਹ ਕੁਝ ਮਿਲੇ ਤਾਂ ਮਨੁੱਖ ਨੂੰ ਕਿਤੇ ਨਾ ਕਿਤੇ ਦੁਨਿਆਵੀ ਤੌਰ 'ਤੇ ਚੱਲਣ ਦਾ ਗਿਆਨ ਆਪਣੇ ਆਪ ਹੀ ਪਤਾ ਲੱਗ ਜਾਂਦਾ। ਪਰ ਦੂਜੇ ਪਾਸੇ ਮਨੁੱਖ ਨੂੰ ਇਸ ਜੀਵਨ ਦੇ ਵਿੱਚ
ਰਤਨ ਵਿਹਾਜਣ ਦੀ ਸੂਝ ਆ ਜਾਵੇ। ਇੰਨੇ ਧਰਮ ਗ੍ਰੰਥ ਇਹਦੇ ਰਸਤੇ ਦੇ ਵਿੱਚ ਮੋਤੀਆਂ ਦੇ ਵਾਂਗ ਹਨ। ਭਾਵ ਕਿ ਜਿਹੜਾ ਸਿੱਖ ਸਮਾਜ ਦੇ ਵਿੱਚ ਪੈਦਾ ਹੋਇਆ ਹੈ, ਉਹਨੇ ਆਪਣੇ ਅਧਿਆਤਮ ਮਾਰਗ 'ਤੇ ਚੱਲ ਕੇ ਸ਼ੁਭ ਗੁਣਾਂ ਦੀ ਰਾਸ ਕਿਵੇਂ ਕਮਾਉਣੀ ਹੈ, ਇਹਦਾ ਤਮਾਮ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੌਜੂਦ ਹੈ। ਇਸਲਾਮ ਵਾਲਿਆਂ ਦਾ ਕੁਰਾਨ 'ਚ ਮੌਜੂਦ ਹੈ, ਇੰਜ ਸਾਰਿਆਂ ਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਦੁਨਿਆਵੀ, ਜੇ ਮੰਨ ਲਓ ਇਹ ਸੰਸਾਰ ਮਾਇਆ ਦਾ ਪ੍ਰਭਾਵ ਵਾਲਾ ਹੈ, ਅਤੇ ਇੱਥੇ ਮਨੁੱਖ ਨੂੰ ਸੁਚੇਤ ਕਰਨ ਵਾਲੇ, ਕਦਮ ਕਦਮ 'ਤੇ ਸੰਭਲਣ ਦਾ ਨੁਕਤਾ ਦੱਸਣ ਵਾਲੇ ਧਰਮ ਗ੍ਰੰਥ ਮੌਜੂਦ ਨੇ। ਪਰ ਅੰਧਾ ਨਿਕਸਿਓ ਆਏ, ਅੰਧਾ ਮਨੁੱਖ ਹੈ ਕਿ ਇਹਨਾਂ ਧਰਮ ਸ਼ਾਸਤਰਾਂ ਗ੍ਰੰਥਾਂ ਨੂੰ ਪੜ੍ਹ ਕੇ, ਉਹਨਾਂ ਦੇ ਉਪਦੇਸ਼ਾਂ ਨੂੰ ਵਾਚ ਕੇ ਉਹਨਾਂ ਤੋਂ ਫਿਰ ਵੀ ਗਫਲਤ ਵਾਲਾ ਰਹਿੰਦਾ ਹੈ। ਅਤੇ ਜੋਤ ਬਿਨਾ ਜਗਦੀਸ਼ ਕੀ ਜਗਤੋਂ ਲੰਘੇ ਜਾਏ, ਅਤੇ ਉਹਦਾ ਜੀਵਨ ਪੜ੍ਹਦਿਆਂ ਮੱਥਦਿਆਂ ਵਿਚਾਰਦਿਆਂ ਵੀ ਸ਼ੁਭ ਗੁਣਾਂ ਤੋਂ ਵਿਹੂਣਾ ਚਲਿਆ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਹੈ, ਉਹਨਾਂ ਸਾਨੂੰ ਸੁਚੇਤ ਕੀਤਾ। ਉਦਾਹਰਨ ਦੇ ਤੌਰ 'ਤੇ ਵਿਦੇਸ਼ ਦੇ ਵਿੱਚ ਅੱਜ ਕੱਲ੍ਹ ਬੱਚੇ ਜਾਂਦੇ ਨੇ, ਹਰੇਕ ਦੇ ਉਹਨਾਂ ਦੇ 2 ਮੰਤਵ ਹੋ ਸਕਦੇ ਨੇ, 2-3 ਮੰਤਵ ਵੀ ਹੋ ਸਕਦੇ ਨੇ, ਜ਼ਿਆਦਾ ਨਹੀਂ ਹੁੰਦੇ। ਪਹਿਲਾਂ ਕਿ ਇੱਥੋਂ ਪ੍ਰਵਾਸ ਕਰਕੇ ਜਾ ਰਹੇ ਹਾਂ, ਉੱਧਰ ਸਾਡਾ ਪੱਕਾ ਨਾਗਰਿਕ ਤੌਰ 'ਤੇ ਨਿਵਾਸ ਹੋ ਜਾਵੇ, ਪਹਿਲਾ ਮੰਤਵ ਇਹ ਹੁੰਦਾ। ਜੇ ਉਹ ਨਹੀਂ ਹੋ ਸਕਿਆ ਤਾਂ ਘੱਟੋ ਘੱਟ ਉੱਧਰੋਂ ਕਿਸੇ ਢੰਗ ਨਾਲ ਕੁਝ ਸਮੇਂ ਬਾਅਦ ਵਾਪਸ ਪਰਤਣਾ ਪਿਆ ਹੈ, ਤਾਂ ਬਹੁਤ ਸਾਰਾ ਧਨ ਸਾਡੇ ਕੋਲ ਹੋਵੇ, ਕਿਉਂਕਿ ਉੱਧਰ ਦੀ ਕਰੰਸੀ ਦੀ ਕੀਮਤ ਜ਼ਿਆਦਾ। ਇਹੀ 2 ਮੰਤਵ ਹੁੰਦੇ ਨੇ, ਹੋਰ ਤਾਂ ਕੋਈ ਮੰਤਵ ਹੁੰਦਾ ਨਹੀਂ ਬੰਦੇ ਦਾ। ਹੁਣ ਮਨੁੱਖ ਇੱਥੋਂ ਚੱਲਿਆ ਵੀ ਹੈ, ਇੱਧਰ ਉਹਨੇ ਬੜਾ ਵੱਡਾ ਨਿਵੇਸ਼ ਵੀ ਕੀਤਾ ਹੈ, ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਉਸ ਦੇ ਅਰਥ ਵੀ ਲਗਾਇਆ ਹੈ। ਨਾ ਉਹ ਬਹੁਤਾ ਧਨ ਲਿਆ ਸਕੇ, ਨਾ ਉੱਧਰ ਪੱਕੇ ਤੌਰ 'ਤੇ ਨਾਗਰਿਕ ਬਣ ਸਕੇ, ਅਤੇ ਬਿਲਕੁਲ ਦੋਵਾਂ ਹਾਲਾਤਾਂ ਤੋਂ ਵਿਹੂਣਾ ਹੋ ਕੇ ਫਿਰ ਇੱਥੇ ਵਾਪਸ ਪਰਤ ਆਵੇ, ਤਾਂ ਉਹਨੂੰ ਕੀ ਕਿਹਾ ਜਾਏਗਾ? ਕਿਹਾ ਜਾਏਗਾ ਬੰਦਾ ਨਲਾਇਕ ਸੀ, ਕੋਈ ਵੀ ਕਾਮਯਾਬੀ ਪ੍ਰਾਪਤ ਨਹੀਂ ਕਰ ਸਕਿਆ। ਇਸੇ ਪ੍ਰਕਾਰ ਸਵਾਸਾਂ ਦੀ ਅਮੋਲਕ ਪੂੰਜੀ, ਦੇਹ ਦੀ ਅਮੋਲਕਤਾ, ਚੇਤਨਾ ਦੀ ਉੱਚੇ ਪੱਧਰ ਨੂੰ ਪ੍ਰਾਪਤ ਕਰਕੇ ਸੰਸਾਰ ਵਿੱਚ ਆਏ ਹਾਂ। ਜੇ ਕੋਈ ਸ਼ੁਭ ਗੁਣ ਕਮਾ ਕੇ ਪ੍ਰਭੂ ਦੇ ਦਰ 'ਤੇ ਦੁਬਾਰਾ ਨਹੀਂ ਪਰਤ ਸਕੇ, ਤਾਂ ਸਮਝ ਲੈਣਾ ਕਿ ਅਸਫਲ ਕਹਿਣਾ ਚਾਹੀਦਾ। ਜਿਵੇਂ ਇੱਕ ਵਪਾਰੀ ਜਿੰਨੀ ਰਾਸ, ਇੱਕ ਗੱਲ ਦੇਖੋ, ਅਸੀਂ ਕੁਦਰਤੀ ਤੌਰ 'ਤੇ ਆਪਣੇ ਕਿਰਤ ਦਾ ਜਾਂ ਬਿਜ਼ਨਸ ਸਾਧਕ ਦਾ ਸਿਲਸਿਲਾ ਕਰਦੇ ਹਾਂ। ਸ਼ੇਅਰ ਮਾਰਕੀਟ 'ਚ ਲੋਕ ਪੈਸੇ ਲਗਾਉਂਦੇ ਨੇ, ਇਸੇ ਕਰਕੇ ਲਗਾਉਂਦੇ ਨੇ, 1000 ਲਗਾਵਾਂਗਾ ਅਤੇ ਜਿੱਦਣ 2000 ਹੋ ਗਿਆ ਉਸੇ ਵੇਲੇ ਆਪਣਾ ਸ਼ੇਅਰ ਵਾਪਸ ਲੈ ਲਵਾਂਗਾ, ਜਾਂ ਉੱਥੋਂ ਕੱਢ ਕੇ ਦੂਜੀ ਕੰਪਨੀ 'ਚ ਲਗਾ ਲਵਾਂਗਾ। ਜੀਵਨ ਦੇ ਵਿੱਚ ਇੰਨੇ ਦਿਨ ਪ੍ਰਾਪਤ ਹੋਏ ਨੇ, ਇੱਕ ਦਿਨ ਦੇ, ਇੱਕ ਸਾਲ ਦੇ ਵਿੱਚ 365 ਦਿਨ ਪ੍ਰਾਪਤ ਹੁੰਦੇ ਨੇ। ਉਹਨਾਂ 365 ਦਿਨਾਂ ਦਾ ਨਿਵੇਸ਼ ਅਧਿਆਤਮਿਕ ਕਰਮ ਕਰਕੇ ਅੰਮ੍ਰਿਤ ਵੇਲੇ ਦੀ ਅਮੋਲਕਤਾ ਨੂੰ ਕਮਾਉਣ ਦੇ ਲਈ ਕਿੰਨਾ ਕੀਤਾ ਹੈ, ਇਸ ਗੱਲ ਦੀ ਮਨੁੱਖ ਵਿਚਾਰ ਹੀ ਨਹੀਂ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਧਾ ਨਿਕਸਿਓ ਆਏ, ਔਰ ਇੱਕ ਇੱਕ ਸਵਾਸ ਅਮੋਲਕਤਾ ਦੇ ਨਾਲ ਗ੍ਰਹਿਣ ਕਰਨ ਵਾਲਾ ਸੀ, ਪਰ ਇਸ ਨੂੰ ਨਾ ਅਮੋਲ ਕਰਕੇ ਅੰਧਿਆਂ ਦੀ ਨਿਆਈ ਜੀਵਨ ਬਤੀਤ ਕੀਤਾ ਹੈ। ਜੋਤ ਬਿਨਾ ਜਗਦੀਸ਼ ਕੀ ਜਗਤੋਂ ਲੰਘੇ ਜਾਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਵਾਕ ਆਉਂਦਾ, ਕਬੀਰ ਜਿਹ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ੍ਹ ਰਹਿਓ ਕਬੀਰ। ਕਿਆ ਤੇ ਸਾਰੀ ਦੁਨੀਆ ਦਾ ਵਹਿਣ ਹੈ ਕਿ ਮਾਇਆ ਮਗਰ ਦੌੜ ਲਗਾ ਲਓ, ਜਾਂ ਦੁਨਿਆਵੀ ਤੌਰ 'ਤੇ ਆਪਣੇ ਆਪ ਦੀ ਹਸਤੀ ਨੂੰ ਬੜੇ ਵੱਡੇ ਕਰ ਲਓ। ਕਹਿੰਦੇ ਇਹ ਤਾਂ ਦੁਨੀਆ ਦੀ ਦੌੜ ਹੈ, ਇਸ ਤੋਂ ਪਰਾਂ ਜਿਹੜੀ ਗੁਰੂ ਉਪਦੇਸ਼ ਦੇ ਅਨੁਸਾਰ ਦੌੜ ਲਾਉਣ ਵਾਲੀ ਹੈ, ਉਹ ਕਿਹੜੀ ਦੌੜ ਹੈ? ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੱਲ੍ਹ ਸਲੋਕ ਪੜ੍ਹ ਰਿਹਾ ਸੀ, ਤਾਂ ਕੁਦਰਤੀ ਇੱਕ ਨੁਕਤਾ ਯਾਦ ਆਇਆ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਨੂੰ ਕਦੀ ਇਸ ਨੁਕਤੇ ਤੋਂ ਨਹੀਂ ਵਾਚਿਆ ਕਿ ਹਰੇਕ ਸਲੋਕ ਤੋਂ ਬਾਅਦ ਆਉਂਦਾ ਹਰ ਭਜ ਮਨਾ, ਹਰ ਭਜ ਮਨਾ, ਹਰ ਭਜ ਮਨਾ। ਮਤਲਬ 57 ਸਲੋਕ ਆਉਂਦੇ ਨੇ, 57 ਸਲੋਕਾਂ 'ਚ ਇਹ ਗੱਲ ਆਉਂਦੀ ਹੈ ਹਰ ਭਜ ਮਨਾ। ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਜਿਸ ਸੁਰਤ ਨੂੰ ਸੰਬੋਧਨ ਹੋ ਰਹੇ ਨੇ, ਉਹ ਕਿੰਨੀ ਆਕੀ ਸੁਰਤ ਹੋਵੇਗੀ ਕਿ ਜਿਹਨੂੰ 57 ਵਾਰੀ ਹਰ ਭਜ ਮਨਾ ਕਹਿਣ ਤੋਂ ਬਾਅਦ ਵੀ ਉਹਦਾ ਹਰੀ ਨੂੰ ਭਜਣ ਵਾਲਾ ਕੋਈ ਕਰਮ ਬਣ ਹੀ ਨਹੀਂ ਰਿਹਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਤ ਬਿਨਾ ਜਗਦੀਸ਼ ਕੀ, ਕਿਉਂਕਿ ਜੇ ਆਪਣੀ ਚੇਤਨਾ ਦਾ ਵਿਕਾਸ ਕਰੇਗਾ ਤੇ ਫਿਰ ਮਨੁੱਖ ਦੇ ਅੰਦਰ ਜਗਿਆਸਾ ਪੈਦਾ ਹੋਏਗੀ, ਅਤੇ ਉਸ ਜਗਿਆਸਾ ਨੂੰ ਗੁਰੂ ਦੇ ਸ਼ਬਦ ਦੇ ਦੁਆਰਾ ਤ੍ਰਿਪਤ ਕਰੇਗਾ, ਫਿਰ ਉਹਦੇ ਵਿੱਚੋਂ ਅਨੁਭਵ ਪੈਦਾ ਹੋਏਗਾ, ਅਤੇ ਫਿਰ ਸਾਧਨਾ ਕਰਕੇ ਆਪਣੇ ਮੂਲ ਸਰੂਪ ਦੀ ਪਛਾਣ ਕਰਕੇ, ਹੁਣ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜਗਤ ਉਲੰਘੇ ਜਾਏ। ਉਲੰਘੇ ਸ਼ਬਦ ਦਾ ਵੀ ਇੱਕ ਆਪਣਾ ਅਰਥ ਹੈ ਕਿ ਭਾਵ ਜਿਵੇਂ ਕਈ ਵਾਰੀ ਅਸੀਂ ਕੁਝ ਨਾਲੀ ਆਦਿਕ ਨੂੰ ਟੱਪ ਜਾਂਦੇ ਹਾਂ, ਉਂਝ ਅਸੀਂ ਕਦਮ ਸਾਡੇ ਜੇ ਅਸੀਂ ਜਿਵੇਂ ਚੱਲ ਰਹੇ ਉਵੇਂ ਚਲਾਈਏ ਤਾਂ ਸਾਡਾ ਕਦਮ ਹੋ ਸਕਦਾ ਉਸ ਨਾਲੀ ਦੇ ਵਿੱਚ ਪੈ ਜਾਵੇ, ਪਰ ਉਹ ਨਾਲੀ ਆਉਣ ਕਰਕੇ ਅਸੀਂ ਉਹ ਕਦਮ ਟੱਪ ਜਾਂਦੇ ਹਾਂ। ਇਸੇ ਪ੍ਰਕਾਰ ਜਦੋਂ ਮਨੁੱਖ ਦੁਨਿਆਵੀ ਤੌਰ 'ਤੇ ਵਿਕਾਰਾਂ ਦਾ
ਪਾਪਾਂ ਦਾ, ਅਵਗੁਣਾਂ ਦਾ, ਤ੍ਰਿਸ਼ਨਾ ਦਾ ਗੁਲਾਮ ਹੋ ਜਾਂਦਾ ਹੈ ਅਤੇ ਉਹ ਇਸ ਮਨੁੱਖ ਦੇ ਜੀਵਨ ਦੇ ਪ੍ਰਯੋਜਨ ਨੂੰ ਉਲੰਘ ਜਾਂਦਾ ਹੈ। ਉਹ ਸਮਝਦਾ ਹੈ ਕਿ ਇਹ ਜੀਵਨ ਕਿਸੇ ਹੋਰ ਅਰਥ ਲਈ ਮਿਲਿਆ ਹੈ। ਇਸ ਕਰਕੇ ਜੇ ਉਹਨੂੰ ਪ੍ਰਭੂ ਦੇ ਮਾਰਗ ਦਾ ਯਾਦ ਵੀ ਕਰਾਈਏ ਤਾਂ ਉਹ ਕਹਿੰਦਾ ਕਿਸੇ ਅਗਲੇ ਜਨਮ 'ਚ ਕਰ ਲਾਂਗੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੜੇ ਉਲੰਘ ਗਏ ਨੇ ਇਸ ਜਗਤ ਦੇ ਵਿੱਚੋਂ, ਜਿਨ੍ਹਾਂ ਦੇ ਇਸ ਕਰ ਗੁਰਬਾਣੀ 'ਚ ਇੱਕ ਵਾਕ ਆਉਂਦਾ ਹੈ, ਲੋਕ ਅਵਗੁਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਇਹ ਵੀ ਸਾਨੂੰ ਫਰਮਾਨ ਕਰਦੇ ਹਨ, ਗੁਣਾ ਕਾ ਹੋਵੈ ਵਾਸਲਾ ਕੱਢ ਵਾਸ ਲਈਜੈ। ਤਾਂ ਇਸੇ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਤ ਬਿਨਾ ਪਰਮੇਸ਼ਰ ਦੀ ਪਛਾਣ ਤੋਂ ਸੱਚੇ ਦੀ ਕੋਠੜੀ ਵਿੱਚ ਆਏ ਵੀ ਪਰ ਸੱਚੇ ਤੋਂ ਬੇਖਬਰ ਰਹੇ। ਕਹਿੰਦੇ ਐਸਾ ਮਨੁੱਖਾਂ ਦਾ ਅਰਥਹੀਣ ਜੀਵਨ ਹੈ। ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਬੂਢਾ ਭਾਵ ਕੇ ਡੁੱਬ ਗਿਆ। ਬੰਸ ਦਾ ਭਾਵ ਸਾਡੀ ਕੁੱਲ ਖਾਨਦਾਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡਾ ਸਾਰਾ ਖਾਨਦਾਨ ਡੁੱਬ ਗਿਆ ਕਿ ਸਾਡੇ ਖਾਨਦਾਨ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ ਹੈ ਕਮਾਲ, ਜਿਹਨੇ ਕਿਹੜੀ ਕਰਨੀ ਕਮਾਈ ਹੈ ਕਿ ਹਰੀ ਦਾ ਸਿਮਰਨ ਛੱਡ ਕੇ ਤੇ ਮਾਇਆ ਦੀ ਤਰਫ ਆਪਣੇ ਸਾਰੇ ਯਤਨ ਕਰਦਾ ਰਿਹਾ ਹੈ। ਟੀਕਿਆਂ ਦੇ ਵਿੱਚ ਜਾਂ ਜਨਮ ਸਾਖੀਆਂ ਦੇ ਵਿੱਚ ਇਹ ਵਿਆਖਿਆ ਮਿਲਦੀ ਹੈ ਕਿ ਇੱਕ ਦਾ ਭਗਤ ਕਬੀਰ ਸਾਹਿਬ ਜੀ ਕਿਉਂਕਿ ਰੋਜ਼ਾਨਾ ਸਤਸੰਗਤ ਕਰਦੇ ਸਨ, ਲੋਕ ਪ੍ਰੇਮੀ ਆ ਕੇ ਜੁੜਦੇ ਸਨ। ਕੋਈ ਇੱਕ ਜਗਿਆਸੂ ਸੀ, ਬ੍ਰਾਹਮਣ ਸੀ, ਉਹ ਰੋਜ਼ ਉਪਦੇਸ਼ ਸੁਣਨ ਆਉਂਦਾ ਸੀ। ਕਿਸੇ 5-7 ਦਿਨ ਦੇ ਕੋਲੋਂ ਆਇਆ ਨਾ ਗਿਆ। ਰਸਤੇ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਪੁੱਤਰ ਕਮਾਲ ਨੂੰ ਮਿਲਿਆ। ਉਹ ਸਤਸੰਗੀ ਕਹਿਣ ਲੱਗਾ ਕਿ ਮੈਂ ਕਾਫੀ ਦਿਨ ਸਤਸੰਗਤ ਵਿੱਚ ਨਹੀਂ ਜਾ ਸਕਿਆ, ਇਸ ਕਰਕੇ ਮੇਰੇ ਕੋਲੋਂ, ਪਰ ਤੁਸੀਂ ਰੋਜ਼ਾਨਾ ਸੁਣਦੇ ਰਹੇ ਹੋ, ਇਸ ਕਰਕੇ ਮੇਰੇ ਕੋਲੋਂ ਆ ਮਾਇਆ ਲੈ ਲਓ ਅਤੇ ਮੈਨੂੰ ਆਪਣੇ ਸਤਸੰਗਤ ਦਾ ਫਲ ਦੇ ਦਿਓ। ਅਤੇ ਭਗਤ ਕਬੀਰ ਸਾਹਿਬ ਜੀ ਦੇ ਪੁੱਤਰ ਕਮਾਲ ਜੀ ਨੇ ਇਉਂ ਕੀਤਾ, ਉਹਦੇ ਕੋਲੋਂ ਮਾਇਆ ਲੈ ਕੇ ਕਿਹਾ ਕਿ ਤੈਨੂੰ ਮੈਂ ਆਪਣੇ ਸੁਣਨ ਦਾ ਫਲ ਤੈਨੂੰ ਦਿੱਤਾ, ਮੁੱਖ ਤੋਂ ਵਚਨ ਕਹਿ ਦਿੱਤੇ। ਘਰ ਆ ਕੇ ਕਬੀਰ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਤੁਹਾਨੂੰ ਨਹੀਂ ਪਤਾ ਤੁਹਾਡੇ ਬਚਨਾਂ ਦਾ ਕਿੰਨਾ ਮੁੱਲ ਹੈ। ਦੇਖ ਲਓ ਕਿੰਨੇ ਮਨੁੱਖ ਬਚਨ ਸੁਣਦੇ ਨੇ, ਮੈਂ ਆਪਣੇ ਕੁਝ ਦਿਨਾਂ ਦਾ ਮਹਾਤਮ ਉਸ ਬ੍ਰਾਹਮਣ ਨੂੰ ਦਿੱਤਾ, ਵੇਖੋ ਕਿੰਨੀ ਮਾਇਆ ਪ੍ਰਾਪਤ ਹੋ ਗਈ। ਤਾਂ ਭਗਤ ਕਬੀਰ ਸਾਹਿਬ ਜੀ ਬੜੇ ਪਛੇਮਾਨ ਹੋਏ ਕਿ ਜਿਹੜੀ ਰਾਮ ਨਾਮ ਦੀ ਗੱਲ ਹੈ, ਪ੍ਰਭੂ ਦੀ ਸਿਫਤ ਸਲਾਹ ਕੀਰਤੀ ਕਰਨੀ ਹੈ, ਗਿਆਨ ਦੀ ਚਰਚਾ ਕਰਕੇ ਆਤਮ ਗਿਆਨ ਨੂੰ ਧਾਰਨ ਕਰਨਾ ਹੈ, ਇਹਦਾ ਕੋਈ ਮੁੱਲ ਤਾਂ ਪਹਿਲੀ ਗੱਲ ਹੋ ਹੀ ਨਹੀਂ ਸਕਦਾ। ਪਰ ਜਿਹਦਾ ਮੁੱਲ ਹੋ ਹੀ ਨਹੀਂ ਸਕਦਾ, ਪਰ ਫਿਰ ਦੂਜੀ ਗੱਲ ਕਿ ਇੱਕ ਮਾਇਆ ਕਮਾਉਣ ਦੇ ਲਈ ਜਿਹੜੀ ਅਮੋਲਕ ਪੱਖ ਨੂੰ ਤੂੰ ਵੇਚਣ ਦੀ ਗੱਲ ਕੀਤੀ, ਕਿੱਡੀ ਹੈਰਾਨਗੀ ਦੀ ਗੱਲ। ਇੱਕ ਭਾਵ ਇਹ ਆਉਂਦਾ ਹੈ। ਇਸੇ ਪ੍ਰਕਾਰ ਕਿਉਂਕਿ ਸਾਖੀਆਂ ਦੇ ਵਿੱਚ ਬੜੇ ਭਾਵ ਆਉਂਦੇ ਨੇ। ਇੱਕ ਇਹ ਵੀ ਆਉਂਦਾ ਕਿ ਭਗਤ ਕਬੀਰ ਸਾਹਿਬ ਜੀ ਦੇ ਪੁੱਤਰ ਨੇ ਇਹ ਕਿਸੇ ਦੇ ਧਨਵਾਨ ਦੇ ਮ੍ਰਿਤ ਪੁੱਤਰ ਨੂੰ ਜੀਵਤ ਕਰ ਦਿੱਤਾ ਅਤੇ ਉਹਨੇ ਬਹੁਤ ਸਾਰੀ ਮਾਇਆ ਦੇ ਦਿੱਤੀ। ਤਾਂ ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਹਰੀ ਨਾਮ ਦਾ ਸਿਮਰਨ ਕਰਕੇ ਤੇਰੇ ਪਾਸ ਪ੍ਰਭੂ ਦੀਆਂ ਅਸੀਮ ਸ਼ਕਤੀਆਂ ਆਈਆਂ ਨੇ, ਉਹ ਇਸ ਕਰਕੇ ਥੋੜ੍ਹਾ ਆਈਆਂ ਨੇ ਕਿ ਤੂੰ ਦੁਨਿਆਵੀ ਤੌਰ 'ਤੇ ਮਾਲਾ ਮਾਲ ਹੋ ਜਾਵੇਂ। ਇਸ ਪ੍ਰਕਾਰ ਇਹ ਉਥਾਨਕਾ ਭਾਵ ਨੇ ਜਿਹੜੇ ਸਾਨੂੰ ਟੀਕਿਆਂ ਦੇ ਵਿੱਚ ਮਿਲਦੇ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੂਢਾ ਬੰਸ ਕਬੀਰ ਕਾ, ਸਾਡਾ ਸਾਰਾ ਬੰਸ ਡੁੱਬ ਗਿਆ ਹੈ। ਕਿਸ ਕਰਕੇ? ਉਪਜਿਓ ਪੂਤ ਕਮਾਲ। ਆਪ ਜੀ ਨੂੰ ਖਿਆਲ ਰਹੇ ਕਿ ਅੱਲਾਹ ਤਾਲਾ ਦਾ ਇੱਕ ਨਾਮ ਕਬੀਰ ਵੀ ਹੈ। ਕਬੀਰ ਦਾ ਅਰਥ ਹੁੰਦਾ ਸਭ ਤੋਂ ਵੱਡਾ। ਜਿਹੜਾ ਘਰ ਦੇ ਵਿੱਚ ਬਹੁਤ ਵੱਡਾ ਦਾਨਾ ਪ੍ਰਧਾਨਾ ਹੋਵੇ ਨਾ, ਉਹਨੂੰ ਕਬੀਰ, ਵੱਡੇ ਬਜ਼ੁਰਗ ਨੂੰ ਕਬੀਰ ਵੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਹੁੰਦਾ ਨਾ, ਹੱਕਾ ਕਬੀਰ ਕਰੀਮ ਤੂੰ, ਕਿ ਉਹ ਅੱਲਾਹ ਤਾਲਾ ਦਾ ਇੱਕ ਨਾਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੂਢਾ ਬੰਸ, ਸਾਡਾ ਬੰਸ ਭਾਵ ਕਿ ਪਹਿਲਾਂ ਮੇਰੇ ਤੋਂ ਪਹਿਲਾਂ ਸਾਡਿਆਂ ਦੇ ਵਿੱਚ ਅਧਿਆਤਮਿਕ ਪ੍ਰੇਰਣਾ ਪੈਦਾ ਹੋਈ, ਪਰ ਉਹ ਦੁਨਿਆਵੀ ਧੰਦਿਆਂ ਕਰਕੇ ਆਪਣੇ ਖਾਨਦਾਨ ਦੇ ਵਿੱਚ ਰਾਮ ਨਾਮ ਦੀ ਕਮਾਈ ਨਾ ਕਰ ਸਕੇ। ਕਹਿੰਦੇ ਸਾਨੂੰ ਸੂਝ ਪ੍ਰਾਪਤ ਹੋਈ ਅਤੇ ਅਸੀਂ ਆਪਣਾ ਜੀਵਨ ਪ੍ਰਭੂ ਦੀ ਯਾਦ ਵਿੱਚ ਹੀ ਬਤੀਤ ਕੀਤਾ ਅਤੇ ਕਾਫੀ ਕਮਾਈ ਕੀਤੀ ਪ੍ਰਭੂ ਦੇ ਨਾਮ ਦੀ। ਸਾਡੇ ਇਸ ਕੁੱਲ ਦੀ ਸ਼ੋਭਾ ਜੁਲਾਹਿਆਂ ਨਾ ਹੋਣ ਕਰਕੇ, ਪਰਮੇਸ਼ਰ ਦੇ ਭਗਤਾਂ ਕਰਕੇ ਹੋਣ ਲੱਗ ਪਈ। ਪਰ ਕਹਿੰਦੇ ਸਾਡਾ ਖਾਨਦਾਨ ਡੁੱਬ ਗਿਆ ਕਿ ਸਾਡਾ ਜਿਹੜਾ ਅਗਲਾ ਪੱਧਰ ਹੈ, ਖਾਨਦਾਨੀ ਪੱਧਰ ਦੇ ਵਿੱਚ ਅਗਲੀ ਜਿਹੜੀ ਪੀੜ੍ਹੀ ਆਈ ਹੈ, ਉਹਨੇ ਸਾਡੀ ਇਸ ਰਾਮ ਨਾਮ ਦੀ ਕਮਾਈ ਨੂੰ ਛੱਡ ਕੇ ਅਤੇ ਆਪਣੀ ਜਿਹੜੀ ਦੌੜ ਹੈ ਉਹ ਦੁਨਿਆਵੀ ਪੱਧਰ ਦੀ ਕਰ ਲਈ ਅਤੇ ਪਦਾਰਥਾਂ ਵੱਲ ਧਿਆਨ ਰੱਖਣ ਲੱਗ ਪਈ ਹੈ। ਇਸ ਪ੍ਰਕਾਰ ਕਹਿੰਦੇ ਬੂਢਾ ਬੰਸ ਕਬੀਰ ਕਾ ਭਾਵ, ਇਸ ਪਰਮੇਸ਼ਰ ਨੇ ਬੂਢਾ ਬੰਸ ਕਬੀਰ ਦਾ ਭਾਵ
ਕਿ ਕਬੀਰ ਉਸ ਮਾਲਕ ਪਰਮੇਸ਼ਰ ਨੇ ਸਾਰੀ ਦੁਨੀਆ ਵੰਸ਼ ਪੈਦਾ ਕੀਤੀ, ਉਹਦੇ ਵਿੱਚ ਕਮਾਲ ਪੁੱਤਰ ਪੈਦਾ, ਕਮਾਲ ਪੁੱਤਰ ਭਾਵ ਕਿ ਮਨ ਪੈਦਾ ਹੋ ਗਿਆ, ਅਤੇ ਇਸ ਮਨ ਨੇ ਹਰੀ ਸਿਮਰਨ ਦੀ ਅਮੋਲਕਤਾ ਨੂੰ ਛੱਡ ਕੇ ਦੁਨਿਆਵੀ ਸੰਚਣ, ਪਦਾਰਥ ਸੰਚਣ ਵਾਲੇ ਪਾਸੇ ਧਿਆਨ ਲਗਾ ਲਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਬੂਢਾ ਬੰਸ ਕਬੀਰ ਕਾ, ਭਾਵ ਕਿ ਪਰਮੇਸ਼ਰ ਦੇ ਸਾਰੇ ਪੈਦਾ ਕੀਤੇ ਹੋਏ ਜੀਵ ਉਹਦੀ ਜੋਤ ਸਰੂਪ ਨੂੰ ਮਾਣ ਕੇ, ਉਹਦੇ ਸਵਾਸ ਸਰੂਪਾਂ ਨੂੰ ਮਾਣ ਕੇ ਉਹਦਾ ਸਿਮਰਨ ਕਰਨ ਦੀ ਬਜਾਏ ਦੁਨਿਆਵੀ ਸੰਚਣ ਕਰਨ ਦੇ ਤਰਫ ਪੈ ਗਏ ਨੇ। ਅਤੇ ਕਮਾਲ ਦਾ ਇੱਕ ਅਰਥ ਹੁੰਦਾ ਹੈ, ਨਲਾਇਕ ਵੀ ਉਹਦਾ ਅਰਥ ਹੁੰਦਾ ਇੱਕ ਤਰੀਕੇ ਨਾਲ, ਕਿ ਜਿਹਨੂੰ ਬਹੁਤੀ ਸੂਝ ਬੂਝ ਨਾ ਹੋਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਇੱਕ ਨਲਾਇਕ ਰੂਪ ਦੇ ਵਿੱਚ ਮਨ ਪੈਦਾ ਹੋਇਆ, ਅਤੇ ਉਹਨੇ ਜੀਵਨ ਦਾ ਐਸੀ ਡਿਵਰਸ਼ਨ ਬਣਾਈ ਕਿ ਮਨੁੱਖ ਪਦਾਰਥ ਇਕੱਠੇ ਕਰਨ ਵਾਲੇ ਪਾਸੇ ਲੱਗ ਪਏ ਜਿਹੜੇ ਬਿਨਸਣਹਾਰ ਹਨ, ਅਤੇ ਹਰੀ ਦੇ ਸਿਮਰਨ ਦੀ ਸਾਧਨਾ ਛੱਡ ਦਿੱਤੀ ਹੈ। ਇਹ ਇੱਕ ਭਾਵ ਹੈ। ਦੂਜਾ ਭਾਵ ਇਸ ਸ਼ਲੋਕ ਦਾ ਹੈ ਬੂਢਾ ਬੰਸ ਕਬੀਰ ਕਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਇਸੇ ਪ੍ਰਕਾਰ ਇਹ ਜਿਹੜਾ ਮੇਰਾ ਸਰੀਰ ਹੈ, ਇਹਦੇ ਵਿੱਚ ਗਿਆਨ ਇੰਦਰੀ, ਕਰਮ ਇੰਦਰੀ ਵਾਸ ਕਰਦੇ ਹਨ, ਅਤੇ ਇਸ ਸਾਰੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਅੰਗਾਂ ਨੂੰ ਮਿਲ ਕੇ ਜਿਹੜਾ ਵੰਸ਼ ਸਰੀਰ ਬਣਦਾ ਹੈ, ਇਹਦੇ ਵਿੱਚ ਉਪਜਿਓ ਪੂਤ ਕਮਾਲ, ਇੱਕ ਮਨ ਪੈਦਾ ਹੋਇਆ। ਅਤੇ ਉਹਨੇ ਅੱਗੇ ਹਰੀ ਸਿਮਰਨ ਛੱਡ ਕੇ, ਕਿ ਜਿਹੜੇ ਨੇਤਰਾਂ ਨੇ ਗੁਰਦਰਸ਼ਨ ਕਰਨਾ ਸੀ, ਉਹਨਾਂ ਨੇਤਰਾਂ ਨੇ ਮਲੀਨਤਾ ਵਾਲਾ ਦੇਖਣਾ ਸ਼ੁਰੂ ਕਰ ਦਿੱਤਾ, ਪਦਾਰਥਾਂ ਦਾ ਲੋਭ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਚਿੱਤ ਨੇ ਪ੍ਰਭੂ ਦੀ ਯਾਦ ਨੂੰ ਵਸਾਉਣਾ ਸੀ, ਉਸ ਚਿੱਤ ਦੇ ਵਿੱਚ ਮਾਇਆ ਪ੍ਰਾਪਤੀ ਦੇ ਮਨਸੂਬੇ ਚੱਲਦੇ ਰਹੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਾਰਾ ਹੀ ਵੰਸ਼ ਡੁੱਬ ਗਿਆ। ਭਾਵ ਨਾ ਨੇਤਰਾਂ ਨੇ ਚੰਗਾ ਦੇਖਿਆ, ਨਾ ਸਰਵਣਾ ਨੇ ਸ਼ੁਭ ਸੁਣਿਆ, ਨਾ ਜ਼ੁਬਾਨ ਨੇ ਚੰਗਾ ਕਥਿਆ, ਨਾ ਸਾਡੇ ਚੱਲਣ ਦੀ ਕੋਈ ਸੇਧ ਪ੍ਰਭੂ ਮਾਰਗ ਵੱਲ ਦੀ ਬਣੀ, ਅਤੇ ਨਾ ਹੱਥਾਂ ਦੇ ਕੋਲੋਂ ਕੋਈ ਨਿਰਮਲ ਹੋਇਆ। ਇਸ ਕਰਕੇ ਸਾਰਾ ਹੀ ਬੰਸ ਡੁੱਬ ਗਿਆ। ਕਿਉਂਕਿ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ। ਤਾਂ ਇਸੇ ਪ੍ਰਕਾਰ ਇਸ ਸ਼ਲੋਕ ਦਾ ਭਾਵ ਪਹਿਲੇ ਸ਼ਲੋਕ ਦੇ ਨਾਲ ਵੀ ਜੁੜਦਾ ਹੈ ਕਿ ਜਦੋਂ ਮਨੁੱਖ ਅੰਧਾ ਹੋ ਜਾਂਦਾ ਅਤੇ ਉਹਦੇ ਅੰਧੇ ਹੋਣ ਦਾ ਕਾਰਨ ਕੀ ਹੈ। ਅੰਧੇ ਦਾ ਭਾਵ ਨੇਤਰਾਂ ਤੋਂ ਅੰਧਾ ਹੋਣਾ ਨਹੀਂ, ਅੰਧੇ ਦਾ ਭਾਵ ਗਿਆਨ ਰੂਪ ਦ੍ਰਿਸ਼ਟੀ ਨਾ ਹੋਣਾ। ਹੁਣ ਅਸੀਂ ਆਪਣੀ ਜ਼ਿੰਦਗੀ ਦੀ, ਸਾਨੂੰ ਸਵਾਸਾਂ ਦੀ ਅਮੋਲਕਤਾ ਦਾ ਪਤਾ ਕਦੋਂ ਗਿਆਨ ਹੁੰਦਾ ਹੈ? ਜਦ ਆਖਰੀ ਸਾਹ ਸਾਡੇ ਸਰੀਰ ਦੇ ਵਿੱਚ ਬਚਦਾ ਹੈ। ਉਂਝ ਇੱਕ ਦਿਨ ਦੇ ਵਿੱਚ ਕਿੰਨੇ ਸਵਾਸ ਪ੍ਰਾਪਤ ਹੋ ਰਹੇ ਨੇ? ਕੋਈ ਨਹੀਂ। ਮਨੁੱਖ ਆਪਣੇ ਸਾਰੇ ਸਾਲ ਦੇ ਵਿੱਚੋਂ ਪਤਾ ਕਿਸ ਦਿਨ ਨੂੰ ਚੰਗਾ ਗਿਣਦਾ, ਜਿਸ ਦਿਨ ਮਾਇਕੀ ਤੌਰ 'ਤੇ ਬੜਾ ਵੱਡਾ ਲਾਭ ਪ੍ਰਾਪਤ ਹੋਇਆ ਹੋਵੇ। ਕਦੀ ਉਹਨੇ ਆਪਣੀ ਅਮੋਲਕਤਾ ਨਹੀਂ ਇਸ ਤਰ੍ਹਾਂ ਗਿਣੀ ਕਿ ਮੈਂ ਗੁਰੂ ਕਾ ਸਿੱਖ ਹਾਂ ਅਤੇ ਮੇਰੇ ਇੰਨੇ ਦਿਨਾਂ ਦੇ ਵਿੱਚੋਂ ਇਸ ਦਿਨ ਦੀ ਮੇਰੀ ਸਾਧਨਾ ਬਣੀ। ਅੰਧੇ ਦਾ ਮਤਲਬ ਕੀ ਹੈ? ਹੁਣ ਜਿਵੇਂ ਅੰਧਿਆਂ ਦੇ ਸੰਬੰਧ ਦੇ ਵਿੱਚ ਨਾ ਇੱਕ ਵਿਅੰਗ ਵਾਲੀ ਗੱਲ ਕਹੀ ਜਾਂਦੀ। ਕਹਿੰਦੇ ਕਿ ਦੋ ਦੋਸਤ ਸਨ, ਉਹਨਾਂ ਦਾ ਇੱਕ ਮਿੱਤਰ ਅੰਧਾ ਸੀ। ਅੰਧਾ ਮਿੱਤਰ ਆਪਣੇ ਸੁਜਾਖੇ ਦੋਸਤ ਦੇ ਘਰ ਗਿਆ। ਉੱਥੇ ਜਾ ਕੇ ਉਹਨੇ ਉਹਦੇ ਅੱਗੇ ਦੁੱਧ ਰੱਖਿਆ, ਅਤੇ ਉਹ ਕਹਿਣ ਲੱਗਾ ਆਪਣੇ ਅੰਧੇ ਮਿੱਤਰ ਨੂੰ ਕਿ ਦੁੱਧ ਪੀ ਲੈ। ਉਹ ਕਹਿਣ ਲੱਗਾ ਕਿ ਇਹ ਕੀ ਹੁੰਦਾ ਹੈ? ਕਹਿੰਦਾ ਇਹ ਪੀਣ ਵਾਲੀ ਚੀਜ਼ ਹੈ। ਕਹਿੰਦਾ ਇਹਦਾ ਰੰਗ ਕਿਹੋ ਜਿਹਾ ਹੁੰਦਾ ਹੈ? ਕਹਿੰਦਾ ਚਿੱਟਾ ਹੁੰਦਾ ਹੈ। ਕਹਿੰਦਾ ਚਿੱਟਾ ਕਿਹੋ ਜਿਹਾ? ਕਹਿੰਦਾ ਜਿਹੋ ਜਿਹਾ ਬਗਲਾ ਹੁੰਦਾ ਹੈ। ਉਹ ਜਦੋਂ ਉਹਨੇ ਬਗਲਾ ਕਿਹਾ, ਉਸ ਅੰਧੇ ਨੂੰ ਖਿਆਲ ਭੁੱਲ ਗਿਆ। ਕਹਿੰਦਾ ਫਿਰ ਦੁੱਧ ਬਗਲੇ ਵਰਗਾ, ਇਹਦੀਆਂ ਲੱਤਾਂ ਬੜੀਆਂ ਲੰਬੀਆਂ, ਮੇਰੇ ਗਲੇ 'ਚ ਫਸ ਜਾਣਗੇ, ਇਸ ਕਰਕੇ ਮੈਂ ਨਹੀਂ ਪੀਣਾ। ਸਾਡੀ ਅੰਧਿਆਂ ਵਾਲੀ ਹਾਲਤ ਹੈ ਕਿ ਜੇ ਸਾਨੂੰ ਗੁਰੂ ਦੁਆਰ ਤੋਂ, ਗੁਰੂ ਉਪਦੇਸ਼ ਤੋਂ ਮਨੁੱਖੀ ਜੀਵਨ ਨੂੰ ਸੁਚੇਤ ਕਰਨ ਦਾ ਪੱਧਰ ਚੱਲਦਾ ਹੈ, ਉਹਨੂੰ ਵੀ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਲੈ ਲੈਂਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਪ੍ਰਭੂ ਮਾਰਗ ਜਿਸ ਸਿਮਰਨ ਰੂਪ ਅਮੋਲਕ ਧਨ ਦੇ ਨਾਲ, ਹੁਣ ਉਦਾਹਰਨ ਦੇ ਤੌਰ 'ਤੇ ਇਹਨੂੰ ਦੋ ਗੱਲਾਂ ਦੇ ਨਾਲ ਵਾਚੀਏ। ਅਸੀਂ ਨਾ ਦੁਨੀਆ ਦੇ ਵਿੱਚ ਸਿਆਣਿਆਂ ਨੇ ਕਿਹਾ ਦੋ ਧਨ ਅਮਰ ਨੇ, ਇੱਕ ਵਿੱਦਿਆ ਧਨ ਅਤੇ ਇੱਕ ਜਿਹੜਾ ਪ੍ਰਭੂ ਦੀ ਯਾਦ ਦਾ ਧਨ। ਹੁਣ ਵਿੱਦਿਆ ਧਨ ਅਮਰ ਕੀ ਹੈ? ਜਿਸ ਇਨਸਾਨ ਦੇ ਕੋਲ ਕੋਈ ਬਹੁਤ ਗੂੜ੍ਹ ਵਿੱਦਿਆ ਹੈ, ਮੰਨ ਲਓ ਕਿਤੇ ਵੀ ਨਹੀਂ ਜਾ ਸਕਦਾ, ਅਪਾਹਜ ਹੈ, ਪਰ ਜਿਹੜਾ ਉਹਦੇ ਕੋਲ ਆ ਗਿਆ ਉਹ ਤਾਂ ਵਿੱਦਿਆ ਪ੍ਰਾਪਤ ਕਰ ਸਕਦਾ ਹੈ ਨਾ, ਉਹਦੇ ਕੋਲ ਆ ਧਨ ਹੈ। ਉਦਾਹਰਨ ਦੇ ਤੌਰ 'ਤੇ ਕੋਈ ਬਹੁਤ ਵੱਡਾ ਵਿਦਵਾਨ ਹੈ, ਕੋਈ ਉਹਦੇ ਹੱਥ ਕੱਟ ਦੇ, ਪੈਰ ਕੱਟ ਦੇ, ਉਹਨੂੰ ਬਹੁਤ ਵੱਡੀਆਂ ਚੋਟਾਂ ਪਹੁੰਚਾ ਦੇਵੇ, ਪਰ ਜਿੰਨਾ ਚਿਰ ਉਹਦੀ ਯਾਦਾਸ਼ਤ, ਉਹਦੀ ਬੁੱਧੀ ਦੇ ਵਿੱਚੋਂ ਗਿਆਨ ਨਹੀਂ ਕੱਢ ਲਏਗਾ, ਉਹਦਾ ਕੀ ਨੁਕਸਾਨ ਕਰ ਲਏਗਾ। ਇਸੇ ਪ੍ਰਕਾਰ ਵਿੱਦਿਆ ਦਾ ਧਨ ਅਤੇ ਇਸੇ ਪ੍ਰਕਾਰ ਪ੍ਰਭੂ ਧਨ। ਹੁਣ ਜੇ ਇਸ ਤੋਂ ਪਹਿਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਸ਼ੁਭ ਗੁਣਾਂ ਦੀ ਰਾਸ ਕਰਕੇ, ਕਰਮ ਕਮਾ ਕੇ ਸੰਤੋਖੀ ਭਾਵ ਆਪਣੇ ਜੀਵਨ ਦੇ ਵਿੱਚ ਕਮਾ ਲਏ ਨੇ, ਉਹਨਾਂ ਨੂੰ ਕੌਣ ਖੋਹ ਲਏਗਾ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ, ਨਾ ਉਹ ਮਰੇ ਨਾ ਠਾਗਿਆ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਕਿਉਂਕਿ ਕੁਝ ਐਸਾ ਸੰਚੋ ਜਿਹੜਾ ਸੰਸਾਰ ਦੀ ਪਕੜ ਵਿੱਚ
ਨਹੀਂ ਹੈ। ਅਸੀਂ ਧਨ ਸੰਚਦੇ ਹਾਂ, ਦੂਜਾ ਚੁਰਾ ਸਕਦਾ ਹੈ, ਹੜੱਪ ਸਕਦਾ ਹੈ। ਆਪਣੀ ਇੱਜ਼ਤ ਕਮਾਉਂਦੇ ਜਿਹਨੂੰ ਅਸੀਂ ਹਉਮੈ ਦੇ ਤਹਿਤ, ਉਹਦਾ ਕੋਈ ਹਨਨ ਕਰ ਸਕਦਾ ਹੈ। ਐਸਾ ਕੁਝ ਸੰਚੋ ਜਿਹੜਾ ਦੂਜੇ ਦੀ ਪਕੜ ਵਿੱਚ ਨਹੀਂ ਹੈ। ਜਿਵੇਂ ਸਰੀਰ ਨੂੰ ਹੀ ਸੰਚਣ ਲੱਗ ਪਈ ਤਾਂ ਸਰੀਰ ਵੀ ਕਾਲ ਦੀ ਮਾਰ ਹੇਠ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਘਰ ਲੈ ਆਇਆ ਮਾਲ। ਐਸਾ ਇੱਕ ਜਿਵੇਂ ਕਿਸੇ ਕੁੱਲ ਦੇ ਵਿੱਚ ਬੜੀ ਵੱਡੀ ਉਸ ਕੁੱਲ ਦੀ ਸ਼ੋਭਾ ਹੁੰਦੀ ਹੈ, ਨਲਾਇਕ ਬੱਚੇ ਪੈਦਾ ਹੋ ਜਾਂਦੇ ਨੇ, ਸਾਰੀ ਕੁੱਲ ਦਾ ਖਾਨਦਾਨ ਦੀ ਇੱਜ਼ਤ ਦਾ ਹਨਨ ਕਰ ਦਿੰਦੇ ਨੇ। ਇਸੇ ਪ੍ਰਕਾਰ ਸਾਡੇ ਜੀਵਨ ਦੇ ਵਿੱਚ ਜੇ ਮਨ ਰੂਪ ਨਲਾਇਕ ਪੈਦਾ ਹੋ ਗਿਆ ਤਾਂ ਉਹਨੇ ਸਾਡੇ ਜੀਵਨ ਦੇ ਤਮਾਮ ਕਰਮਾਂ ਨੂੰ ਮਲੀਨ ਕਰ ਦੇਣਾ ਹੈ ਅਤੇ ਸਾਡੇ ਜੀਵਨ ਦੇ ਨਾ ਸਾਡੇ ਕੋਲ ਫਿਰ ਮਾਰਗ ਮੋਤੀ ਬੀਥਰੇ। ਫਿਰ ਭਾਵੇਂ ਜੀਵਨ ਦੇ ਵਿੱਚ ਕਿੰਨੇ ਅਮੁੱਲ ਗੁਣਾਂ ਦੀ ਸਾਂਝ ਦਾ ਮੌਕਾ ਪ੍ਰਾਪਤ ਹੋਵੇ, ਕੋਈ ਮਨੁੱਖ ਆਪਣੇ ਪਾਸ ਨਹੀਂ ਰੱਖਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ 2 ਸ਼ਲੋਕਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਜੀਵਨ ਦੇ ਵਿੱਚ ਜੀਵਨ ਗੁਣ ਸੰਚਣ ਦੇ ਲਈ ਮਿਲੇ ਹਨ। ਉਹ ਗੁਣ ਬੜੇ ਰੂਪਾਂ ਦੇ ਵਿੱਚ ਕਮਾਏ ਜਾ ਸਕਦੇ ਹਨ। ਧਰਮ ਦੇ 10 ਗੁਣ ਹਨ, ਸਿਮਰਨ ਰੂਪ ਗੁਣ ਹੈ। ਤਮਾਮ ਗੁਣ ਸੰਚਣ ਕਰਕੇ ਦੁਨਿਆਵੀ ਪੱਧਰ ਤੋਂ ਜਿਹੜੇ ਵੱਖਰੇ ਗੁਣ ਗਿਣੇ ਜਾਂਦੇ ਨੇ ਉਹਨਾਂ ਦੀ ਕਮਾਈ ਕਰਨ ਦੇ ਨਾਲ ਮਨੁੱਖ ਭਗਤ ਹੁੰਦਾ ਹੈ। ਤਾਂ ਇਸੇ ਪ੍ਰਕਾਰ ਮਾਇਆ ਦੀ ਧਾਵਣੀ ਛੱਡ ਕੇ ਜੇ ਪ੍ਰਭੂ ਸਿਮਰਨ ਦੀ ਧਾਵਣੀ ਰੱਖੀ ਜਾਵੇ ਤਾਂ ਉਹ ਧਾਵਣੀ ਉੱਤਮ ਹੈ, ਕਿਉਂਕਿ ਉਹਦੇ ਨਾਲ ਕਮਾਉਣ ਵਾਲਾ ਧਨ ਕੋਈ ਖੋ ਨਹੀਂ ਸਕੇਗਾ, ਕੋਈ ਜਲਾ ਨਹੀਂ ਸਕੇਗਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨਿਵਾਜਿਸ਼ ਕਰਦੇ ਹਨ, ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।